you, Jesus. Thank you, Jesus. Hallelujah. Praise the Lord. आइए सब अपनी ਅੱਖਾਂ ਨੂੰ ਬੰਦ ਕਰੀਏ, ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਖੁਦਾਵੰਦ ਦੇ ਕਦਮਾਂ ਦੇ ਵਿੱਚ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਸਭ ਖੁਦਾਵੰਦ ਦੀ ਹਜ਼ੂਰੀ ਦੇ ਵਿੱਚ ਲੈ ਕੇ ਆਈਏ। ਪ੍ਰਾਰਥਨਾ ਦੀ ਹਾਲਤ ਦੇ ਵਿੱਚ ਚੱਲਦੇ ਹਾਂ। ਵਚਨ ਦੇ ਵਿੱਚ ਜਾਣ ਤੋਂ ਪਹਿਲਾਂ ਸੱਚਾ ਜ਼ਿੰਦਾ ਮਿਹਰਬਾਨ ਖੁਦਾਵੰਦ ਪਿਤਾ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਸ਼ੁਕਰ ਕਰਦੇ ਹਾਂ ਸਾਦਰਯੋਗ ਸਮੇਂ ਦੇ ਲਈ ਜੋ ਸਾਡੇ ਸਾਰਿਆਂ ਦੀ ਜ਼ਿੰਦਗੀ 'ਚ ਬਖਸ਼ਿਆ। ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪਿਤਾ ਜੀ। ਹੁਣ ਜਦ ਵੇਲਾ ਪਹੁੰਚਿਆ ਆ ਖੁਦਾਵੰਦ ਤੁਹਾਡੇ ਕਲਾਮ ਨੂੰ ਸੁਣਨ ਦਾ ਬੇਨਤੀ ਆ ਮੇਰੇ ਪ੍ਰਭੂ। ਅਸੀਂ ਸਾਰੇ ਹੀ ਜਾਣੇ ਖੁਦਾਵੰਦ ਜਦ ਅਸੀਂ ਬੱਚੇ ਨੂੰ ਸੁਣਦੇ ਹਾਂ ਕਿ ਤੁਹਾਡਾ ਪਵਿੱਤਰ ਆਤਮਾ ਅਗਵਾਈ ਕਰੇ, ਤੁਹਾਡਾ ਪਵਿੱਤਰ ਆਤਮਾ ਸਿਖਾਵੇ ਖੁਦਾਵੰਦ ਜੀ, ਔਰ ਹਰ ਇੱਕ ਗੱਲ ਸਮਝਣ ਦੇ ਵਿੱਚ ਸਾਡੀ ਮਦਦ ਕਰੇ ਮੇਰੇ ਪਰਮੇਸ਼ਵਰ ਪਿਤਾ। ਦਿਲ ਦੀ ਗਹਿਰਾਈ ਤੋਂ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਪਿਆਰੇ ਪ੍ਰਭੂ ਜੀ। ਸੁਣਨ ਵਾਲੀਆਂ ਜ਼ਿੰਦਗੀਆਂ ਬਹਾਲ ਹੋਣ ਮੇਰੇ ਪ੍ਰਭੂ। ਬੇਨਤੀ ਆ ਹੁਣ ਤੁਹਾਡਾ ਪਾਕ ਕਰੂ ਤੁਹਾਡੇ ਬੰਦੇ ਦੀ ਬੋਲਣ ਦੇ ਵਿੱਚ ਔਰ ਤੁਹਾਡੇ ਲੋਕਾਂ ਦੀ ਸੁਣਨ ਸਮਝਣ ਦੇ ਵਿੱਚ ਮਦਦ ਕਰੇ ਪ੍ਰਭੂ। ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਆਤਮਕ ਖੁਰਾਕ ਦੇਣਾ, ਕਮਜ਼ੋਰੀਆਂ ਨੂੰ ਦੂਰ ਕਰਨਾ ਮੇਰੇ ਪਰਮੇਸ਼ਵਰ, ਔਰ ਆਪਣੇ ਰਾਜ ਦੇ ਲਈ ਤਿਆਰ ਕਰਨਾ। ਧੰਨਵਾਦ ਕਰਦੇ ਹਾਂ। ਆਉਣ ਵਾਲਾ ਸਮਾਂ ਤੁਹਾਡੇ ਹੱਥਾਂ 'ਚ ਦਿੰਦੇ ਹਾਂ। ਪਵਿੱਤਰ ਆਤਮਾ ਮਦਦ ਕਰੇ, ਯਿਸੂ ਦੇ ਨਾਮ ਵਿੱਚ ਮੰਗਦੇ ਹਾਂ। ਹਾਲੇਲੂਇਆ। ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਮਿਲੇ। ਮੇਰਾ ਪਰਮੇਸ਼ਵਰ ਤੁਹਾਨੂੰ ਬਹੁਤਾਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ। ਹੁਣ ਸਮਾਂ ਪਹੁੰਚਿਆ ਆ ਖੁਦਾਵੰਦ ਦੇ ਕਲਾਮ ਨੂੰ ਸੁਣਨ ਦਾ, ਸਮਝਣ ਦਾ ਔਰ ਉਹਦੇ ਅਨੁਸਾਰ ਚੱਲਣ ਦਾ। ਬਾਈਬਲ ਤਾਂ ਇੱਕ ਥਾਂ ਦੇ ਉੱਤੇ ਇੱਦਾਂ ਹੀ ਕਹਿੰਦਾ ਆ ਕਿ ਅਗਰ ਸਾਨੂੰ ਨਿਸ਼ਚਾ ਹੈਗੀ ਆ ਤਾਂ ਬਹੁਤ ਅੱਛੀ ਗੱਲ ਆ, ਪਰ ਕੱਲੀ ਜਿਹੜੀ ਨਿਸ਼ਚਾ ਯਾਨੀ ਕਿ ਕੱਲਾ ਵਿਸ਼ਵਾਸ ਜਿਹੜਾ ਆ ਉਹ ਕੰਮ ਨਹੀਂ ਕਰਦਾ ਜਦ ਤੱਕ ਅਸੀਂ ਵੀ ਪ੍ਰੈਕਟੀਕਲ ਨਹੀਂ ਹੁੰਦੇ ਆ। ਸਾਨੂੰ ਕ੍ਰਿਸਚੈਨਿਟੀ ਦੇ ਵਿੱਚ ਆਉਣ ਤੋਂ ਬਾਅਦ ਵੀ ਪ੍ਰੈਕਟੀਕਲ ਹੋਣਾ ਬਹੁਤ ਜ਼ਰੂਰੀ ਆ। ਬਾਈਬਲ ਕਹਿੰਦਾ ਮੁਬਾਰਕ ਉਹ ਬੰਦਾ ਆ ਜਿਹੜਾ ਇਹਨਾਂ ਭਵਿੱਖਬਾਣੀ ਦੀ ਗੱਲਾਂ ਨੂੰ ਪੜ੍ਹਦਾ, ਸੁਣਦਾ ਤੇ ਉਹਦੇ ਅਨੁਸਾਰ ਚੱਲਦਾ ਹੈ। ਉਹਦੇ ਅਨੁਸਾਰ ਚੱਲਣ ਦਾ ਮਤਲਬ ਆ ਉਹਦੇ ਉੱਪਰ ਅਮਲ ਕਰਨਾ, ਉਹਨੂੰ ਵੀ ਪ੍ਰੈਕਟੀਕਲ ਆਪਣੀ ਜ਼ਿੰਦਗੀ ਦੇ ਵਿੱਚ ਕਰਨਾ, ਨਾ ਕਿ ਸਿਰਫ ਸੁਣਨਾ। ਸੁਣਨ ਵਾਲਾ ਬੰਦਾ ਤਰੱਕੀ ਨਹੀਂ ਕਰ ਸਕਦਾ। ਸੁਣਨ ਵਾਲਾ ਜਿਹੜਾ ਬੰਦਾ ਉਹ ਆਪਣੇ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦਾ। ਬਾਈਬਲ ਇੱਕ ਥਾਂ ਦੇ ਉੱਤੇ ਕਹਿੰਦਾ ਆ ਕਿ ਬਿਨਾਂ ਵਿਸ਼ਵਾਸ ਦੇ ਅਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ। ਬਿਨਾਂ ਨਿਸ਼ਚਾ ਦੇ ਅਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ। ਪਰਮੇਸ਼ਵਰ ਨੂੰ ਖੁਸ਼ ਕਰਨ ਦੇ ਲਈ ਸਾਨੂੰ ਅਮਲ ਦਾ ਸਹਾਰਾ ਲੈਣਾ ਪੈਣਾ। ਸਾਨੂੰ ਬਾਈਬਲ ਦੇ ਵਚਨਾਂ ਦੇ ਉੱਪਰ ਅਮਲ ਕਰਨਾ ਪੈਣਾ। ਅਮਲ ਮਤਲਬ ਵੀ ਪ੍ਰੈਕਟੀਕਲ, ਮਤਲਬ ਜੋ ਬਾਈਬਲ 'ਚ ਲਿਖਿਆ ਕਿ ਝੂਠ ਨਹੀਂ ਬੋਲਣਾ ਤੇ ਅਸੀਂ ਝੂਠ ਬੋਲਣਾ ਬੰਦ ਕਰ ਦੇਣਾ। ਇਟ ਮੀਨਸ ਅਸੀਂ ਹੁਣ ਬਾਈਬਲ ਤੇ ਅਮਲ ਕਰਨ ਵਾਲੇ ਬਣ ਗਏ ਆ ਕਿ ਜਿਹੜਾ ਬੰਦਾ ਅਮਲ ਕਰਦਾ ਆ ਉਹੀ ਪਰਮੇਸ਼ਰ ਦੀ ਨਜ਼ਰਾਂ ਦੇ ਵਿੱਚ ਮੁਬਾਰਕ ਠਹਿਰਦਾ ਆ। ਬੋਲੋ ਹਾਲੇਲੂਇਆ। ਕਿਉਂਕਿ ਜਦ ਤੱਕ ਅਸੀਂ ਅਮਲ ਨਹੀਂ ਕਰਾਂਗੇ ਸਾਡਾ ਜਿਹੜਾ ਵਿਸ਼ਵਾਸ ਕੀਤਾ ਆ ਉਹ ਬੇਕਾਰ ਆ। ਅਗਰ ਅਸੀਂ ਅਮਲ ਨਹੀਂ ਕਰਦੇ, ਅਗਰ ਅਸੀਂ ਵੀ ਪ੍ਰੈਕਟੀਕਲ ਨਹੀਂ ਕਰਦੇ, ਕਹਿਣ ਦਾ ਤਾਤਪਰਜ ਇਹ ਆ ਕਿ ਅਗਰ ਅਸੀਂ ਕਹਿੰਦੇ ਆ ਕਿ ਯਿਸੂ ਮਸੀਹ ਮੈਂ ਤੈਨੂੰ ਪਿਆਰ ਕਰਦਾ, ਇੱਕ ਤੁਸੀਂ ਕਹਿ ਰਹੇ ਆ, ਇਹ ਤੁਹਾਡਾ ਵਿਸ਼ਵਾਸ ਆ, ਪਰ ਤੁਸੀਂ ਇਹਨੂੰ ਸਾਬਿਤ ਕਿੱਦਾਂ ਕਰਨਾ? ਜਦੋਂ ਤੁਸੀਂ ਪ੍ਰੀਖਿਆਵਾਂ ਦੇ ਵਿੱਚੋਂ ਪਾਸ ਹੋਣਾ ਹੈ, ਜਦੋਂ ਤੁਸੀਂ ਆਪਣੇ ਟੈਸਟ ਦੇ ਵਿੱਚੋਂ ਪਾਸ ਹੋਣਾ ਆ, ਫਿਰ ਤੁਸੀਂ ਸਾਬਿਤ ਕਰਨਾ ਆ ਕਿ ਹਾਂ ਮੇਰੇ ਪ੍ਰਭੂ ਮੈਂ ਤੈਨੂੰ ਪਿਆਰ ਕਰਦਾ ਆ। ਉਹ ਆ ਵਚਨ ਨੂੰ ਅਮਲ ਦਾ ਰੂਪ ਦੇਣਾ, ਔਰ ਉਹ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਮੁਬਾਰਕ ਹੁੰਦਾ ਆ। ਉਹ ਆ ਪਰਮੇਸ਼ਵਰ ਨੂੰ ਖੁਸ਼ ਕਰਨ ਦਾ ਇੱਕ ਵਸੀਲਾ। ਹਾਲੇਲੂਇਆ। ਤੁਹਾਡਾ ਵਿਸ਼ਵਾਸ ਜਿਹੜਾ ਬਿਨਾਂ ਅਮਲ ਤੋਂ ਆ ਤੇ ਉਹ ਵਿਸ਼ਵਾਸ ਮੁਰਦਾ ਹੈ। ਤੁਹਾਡਾ ਵਿਸ਼ਵਾਸ ਜਿਹੜਾ ਆ ਤੁਹਾਡੀ ਨਿਸ਼ਚਾ ਖੁਦਾ ਦੇ ਉੱਤੇ ਆ, ਤੁਹਾਡਾ ਬਾਈਬਲ ਪੜ੍ਹਨਾ ਬਿਨਾਂ ਵਿਸ਼ਵਾਸ ਦੇ ਆ ਤੇ ਉਹ ਮੁਰਦਾ ਹੈ। ਬਾਈਬਲ ਕਹਿੰਦਾ ਤੁਹਾਡਾ ਵਿਸ਼ਵਾਸ ਬਿਨਾਂ ਅਮਲਾਂ ਤੋਂ ਮੁਰਦਾ ਆ। ਅਮਲ ਦੇ ਨਾਲ ਹੀ ਇਹਨੇ ਪ੍ਰਭਾਵਸ਼ਾਲੀ ਹੋਣਾ ਹੈ। ਬੋਲੋ ਹਾਲੇਲੂਇਆ। ਕਿਉਂਕਿ ਜਦ ਤੱਕ ਤੁਸੀਂ ਅਮਲ ਨਹੀਂ ਕਰਦੇ ਵਚਨ ਨੂੰ, ਵੀ ਪ੍ਰੈਕਟੀਕਲ ਆਪਣੀ ਜ਼ਿੰਦਗੀ 'ਚ ਸਾਬਿਤ ਨਹੀਂ ਕਰਦੇ ਜਾਂ ਉਹਨੂੰ ਕੰਪਲੀਟ ਨਹੀਂ ਕਰਦੇ ਆ, ਤੁਹਾਡੀ ਜਿਹੜੀ ਨਿਸ਼ਚਾ ਆ ਉਹ ਮੁਰਦਾ ਆ। ਤੁਸੀਂ ਕੱਲ ਵੀ ਡਿੱਗੇ ਤੇ ਪਰਸੋਂ ਵੀ ਡਿੱਗੇ, ਤੁਸੀਂ ਖੜੇ ਨਹੀਂ ਰਹਿ ਸਕਦੇ, ਤੁਸੀਂ ਸਟਰੋਂਗ ਨਹੀਂ ਰਹਿ ਸਕਦੇ ਆ। ਸ਼ੈਤਾਨ ਤੁਹਾਨੂੰ ਹਵਾ ਦੇ ਨਾਲ ਹੀ ਗਿਰਾ ਦੇਗਾ। ਸ਼ੈਤਾਨ ਤੁਹਾਨੂੰ ਆਪਣੀ ਚਾਲ ਦੇ ਵਿੱਚ ਫਸਾ ਲੇਗਾ ਅਗਰ ਸਿਰਫ ਤੁਸੀਂ ਵਿਸ਼ਵਾਸ ਕਰਦੇ ਆ, ਅਗਰ ਸਿਰਫ ਤੁਸੀਂ ਨਿਸ਼ਚਾ ਕਰਦੇ ਆ ਬਿਨਾਂ ਅਮਲ ਤੋਂ। ਹਾਲੇਲੂਇਆ। ਇਬਰਾਹਿਮ ਨੂੰ ਖੁਦਾ ਨੇ ਜਦੋਂ ਆਵਾਜ਼ ਲਗਾਈ, ਜਦੋਂ ਕਿਹਾ ਕਿ ਤੂੰ ਆਪਣੇ ਬੇਟੇ ਦੀ ਕੁਰਬਾਨੀ ਦੇ, ਉਹਨੇ ਸੁਣ ਲਿਆ, ਵਿਸ਼ਵਾਸ ਦੇ ਨਾਲ ਤੁਰ ਪਿਆ। ਹਾਂ, ਅਗਰ ਉਹ ਕੁਰਬਾਨੀ ਦੇਣ ਦਾ ਨਾ ਤੇ ਇਹ ਸਿਰਫ ਉਹਦਾ ਵਿਸ਼ਵਾਸ ਸੀਗਾ, ਪਰ ਉਹਨੇ ਇਹਨੂੰ ਅਮਲ ਦਾ ਰੂਪ ਦਿੱਤਾ। ਉਹਨੇ ਸਿਰਫ ਪਰਮੇਸ਼ਵਰ ਦੇ ਕੋਲੋਂ ਸੁਣ ਕੇ ਬੈਠ ਨਹੀਂ ਗਿਆ ਕਿ ਹਾਂ ਪਰਮੇਸ਼ਵਰ ਮੈਂ ਕੋਈ ਨਹੀਂ ਦਵਾਂਗਾ ਕੁਰਬਾਨੀ, ਨਹੀਂ, ਉਹ ਕੁਰਬਾਨੀ ਦੇਣ ਦੇ ਲਈ ਤਿਆਰ ਹੋ ਗਿਆ ਔਰ ਚਲਾ ਗਿਆ ਉਸ ਜਗ੍ਹਾ ਦੇ ਉੱਪਰ ਜਿੱਥੇ ਪਰਮੇਸ਼ਵਰ ਨੇ ਕੁਰਬਾਨੀ
ਉਹਨੂੰ ਦੇਣ ਦੇ ਲਈ ਕਿਹਾ ਸੀਗਾ। ਹਾਲੇਲੂਇਆ। ਔਰ ਜਦੋਂ ਉਸ ਸਥਾਨ ਦੇ ਉੱਪਰ ਪਹੁੰਚਿਆ ਤੇ ਬਾਈਬਲ ਕਹਿੰਦਾ ਉਹਦਾ ਜਿਹੜਾ ਵਿਸ਼ਵਾਸ ਆ ਅਮਲ ਦੇ ਦੁਆਰਾ ਜਿਹੜਾ ਆ ਉਹ ਧਰਮੀ ਗਿਣਿਆ ਗਿਆ। ਹਾਲੇਲੂਇਆ। ਅਗਰ ਅਸੀਂ ਅੱਜ ਪਰਮੇਸ਼ਵਰ ਦਾ ਪਾਕ ਰੂਹ ਸਾਨੂੰ ਗਾਈਡ ਕਰਦਾ, ਪਾਕ ਰੂਹ ਸਾਨੂੰ ਡਾਂਟਦਾ, ਪਾਕ ਰੂਹ ਸਾਨੂੰ ਤਾੜਦਾ ਆ ਕਿਸੇ ਵੀ ਗੱਲ ਤੇ, ਜਦੋਂ ਅਸੀਂ ਗਲਤੀ ਕਰਦੇ ਆ, ਜਦੋਂ ਅਸੀਂ ਕਮਜ਼ੋਰ ਹੁੰਦੇ ਆ, ਅਗਰ ਅਸੀਂ ਉਸ ਗੱਲ ਨੂੰ ਮੰਨਦੇ ਆ ਤੇ ਬਹੁਤ ਅੱਛੀ ਗੱਲ ਆ, ਬਹੁਤ ਅੱਛੀ ਗੱਲ ਆ। ਸਾਡਾ ਜਿਹੜਾ ਵਿਸ਼ਵਾਸ ਆ ਇਹ ਅਮਲ ਦੇ ਨਾਲ ਹੋਣਾ ਚਾਹੀਦਾ। ਬਿਨਾਂ ਅਮਲ ਤੋਂ ਅਸੀਂ ਪਰਮੇਸ਼ਵਰ ਨੂੰ ਖੁਸ਼ ਨਹੀਂ ਕਰ ਸਕਦੇ। ਬਾਈਬਲ ਕਹਿੰਦਾ ਵਿਸ਼ਵਾਸ ਦਾ ਇਨਾਮ ਪਵਿੱਤਰ ਆਤਮਾ ਆ। ਉਹ ਵਿਸ਼ਵਾਸ ਜਿਹੜਾ ਅਮਲ ਦੇ ਦੁਆਰਾ ਪੈਦਾ ਹੋਇਆ ਤੁਹਾਡੀ ਜ਼ਿੰਦਗੀ 'ਚ, ਸਿਰਫ ਵਿਸ਼ਵਾਸ ਨਹੀਂ। ਬਾਈਬਲ ਕਹਿੰਦਾ ਤੂੰ ਵਿਸ਼ਵਾਸ ਕਰਦਾ ਕਿ ਪਰਮੇਸ਼ਵਰ ਇੱਕੋ ਹੀ ਆ, ਤੇ ਕਹਿੰਦੇ ਤੂੰ ਠੀਕ ਵਿਸ਼ਵਾਸ ਕਰਦਾ। ਭੂਤ ਵੀ ਇਹੋ ਵਿਸ਼ਵਾਸ ਕਰਦੇ ਆ ਔਰ ਕੰਬਦੇ ਆ। ਬਸ ਜਿਹੜਾ ਦੁਸ਼ਟ ਆਤਮਾ ਆ, ਜਿਹੜਾ ਸ਼ੈਤਾਨ ਆ, ਉਹ ਅਮਲ ਨਹੀਂ ਕਰਦਾ। ਅਸੀਂ ਅਮਲ ਕਰਕੇ ਪਰਮੇਸ਼ਵਰ ਦੇ ਪੁੱਤਰ ਧੀਆਂ ਕਹਿਲਾਉਣਾ ਹੈ। ਬੋਲੋ ਹਾਲੇਲੂਇਆ। ਅਗਰ ਅਸੀਂ ਕੱਲਾ ਵਿਸ਼ਵਾਸ ਕਰਦੇ ਹਾਂ ਤੇ ਸਾਡੇ ਵਿੱਚ ਔਰ ਸ਼ੈਤਾਨ ਦੇ ਵਿੱਚ ਕੋਈ ਫਰਕ ਨਹੀਂ ਆ, ਕਿਉਂਕਿ ਸ਼ੈਤਾਨ ਨੂੰ ਵੀ ਪਤਾ ਕਿ ਉਹ ਜਿਉਂਦਾ ਪਰਮੇਸ਼ਵਰ ਹੈ। ਸ਼ੈਤਾਨ ਨੂੰ ਵੀ ਪਤਾ ਯਿਸੂ ਮਸੀਹ ਨੇ ਕੁਰਬਾਨੀ ਦਿੱਤੀ ਆ। ਸ਼ੈਤਾਨ ਨੂੰ ਵੀ ਪਤਾ ਯਿਸੂ ਮਸੀਹ ਪਿਤਾ ਪਰਮੇਸ਼ਵਰ ਦੇ ਇਕਲੌਤੇ ਪੁੱਤਰ ਆ ਔਰ ਉਹ ਪਿਤਾ ਦੇ ਸਿੰਘਾਸਨ ਦੇ ਸੱਜੇ ਪਾਸੇ ਬਿਰਾਜਮਾਨ ਆ। ਇਹ ਤੁਹਾਨੂੰ ਵੀ ਪਤਾ ਔਰ ਸ਼ੈਤਾਨ ਨੂੰ ਵੀ ਪਤਾ ਹੈ। ਇਹ ਤੁਹਾਡਾ ਵਿਸ਼ਵਾਸ ਆ। ਸ਼ੈਤਾਨ ਵੀ ਇਸ ਗੱਲ ਦੇ ਉੱਪਰ ਵਿਸ਼ਵਾਸ ਕਰਦਾ ਔਰ ਡਰਦਾ ਆ ਔਰ ਕੰਬਦਾ ਆ। ਅਸੀਂ ਅਮਲ ਕਰਕੇ ਸ਼ੈਤਾਨ ਦੇ ਵਿਸ਼ਵਾਸ ਤੋਂ ਅਸੀਂ ਪਾਰ ਲੰਘਣਾ, ਸ਼ੈਤਾਨ ਤੋਂ ਅਸੀਂ ਅਲੱਗ ਹੋਣਾ ਆ। ਹਾਲੇਲੂਇਆ। ਜਿਹੜਾ ਬਾਰ-ਬਾਰ ਡਿੱਗਦਾ ਆ, ਬਾਰ-ਬਾਰ ਕਮਜ਼ੋਰ ਪੈਂਦਾ ਆ, ਉਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਕਿ ਉਹ ਅਮਲ ਨਹੀਂ ਕਰ ਰਿਹਾ ਵਚਨ ਦੇ ਉੱਪਰ। ਉਹ ਪਰਮੇਸ਼ਵਰ ਦੀਆਂ ਗੱਲਾਂ ਨੂੰ ਵੀ ਪ੍ਰੈਕਟੀਕਲ ਨਹੀਂ ਕਰ ਰਿਹਾ। ਇੱਕ ਥਾਂ ਦੇ ਉੱਤੇ ਬਾਈਬਲ ਇਸ ਤਰ੍ਹਾਂ ਕਹਿੰਦਾ ਕਿ ਤੁਸੀਂ ਬੁੱਲਾਂ ਦੇ ਨਾਲ ਮੇਰਾ ਆਦਰ ਕਰਦੇ ਆ ਪਰ ਤੁਹਾਡੇ ਦਿਲ ਮੇਰੇ ਤੋਂ ਦੂਰ ਆ। ਤੁਸੀਂ ਸਿਰਫ ਵਚਨ ਪੜ੍ਹਦੇ ਆ, ਬੜੇ ਜੋਸ਼ ਦੇ ਵਿੱਚ ਭਰ ਜਾਂਦੇ ਆ ਔਰ ਪਰਸੋਂ 2-3 ਦਿਨ ਬਾਅਦ ਤੁਸੀਂ ਵਚਨ ਨੂੰ ਭੁੱਲ ਜਾਂਦੇ ਆ। ਤੁਸੀਂ ਕਿੱਦਾਂ ਉਹਨੂੰ ਅਮਲ ਦਾ ਰੂਪ ਦਿਓਗੇ? ਬਾਈਬਲ ਕਹਿੰਦਾ ਯਤੀਮ ਦਾ ਸਹਾਰਾ ਬਣ। ਕਿੱਦਾਂ ਸਹਾਰਾ ਬਣਾਂਗੇ? ਵਚਨ ਨੂੰ ਪੂਰਾ ਕਿੱਦਾਂ ਕਰਾਂਗੇ? ਜਦੋਂ ਤੁਸੀਂ ਵੀ ਪ੍ਰੈਕਟੀਕਲ ਵਚਨ ਨੂੰ ਕਰੋਗੇ ਤਾਂ ਤੁਹਾਨੂੰ ਬਰਕਤ ਮਿਲਣੀ, ਅਦਰਵਾਈਜ਼ ਬਰਕਤ ਨਹੀਂ ਮਿਲਣੀ। ਬਾਈਬਲ ਕਹਿੰਦਾ ਵਿਧਵਾ ਦਾ ਸਹਾਰਾ ਬਣੋ, ਯਤੀਮ ਦਾ ਸਹਾਰਾ ਬਣੋ, ਪਰਦੇਸੀ ਦਾ ਸਹਾਰਾ ਬਣੋ। ਕਿਸੇ ਕੋਲੋਂ ਕੱਪੜਾ ਨਹੀਂ ਉਹਨੂੰ ਕੱਪੜਾ ਦਿਓ, ਕਿਸੇ ਕੋਲੋਂ ਖਾਣ ਨੂੰ ਖਾਣਾ ਨਹੀਂ ਉਹਨੂੰ ਖਾਣਾ ਦਿਓ। ਜਦੋਂ ਅਸੀਂ ਸਿਰਫ ਸੁਣ ਲਿਆ, ਬਾਈਬਲ 'ਚ ਪੜ੍ਹ ਲਿਆ ਔਰ ਕਿਸੇ ਪਾਸਟਰ ਦੇ ਦੁਆਰਾ ਅਸੀਂ ਸੁਣ ਲਿਆ, ਗੁੱਡ ਆ, ਅੱਛੀ ਗੱਲ ਆ, ਪਰ ਇਹਨੂੰ ਅਸੀਂ ਪ੍ਰੈਕਟੀਕਲ ਕਰਾਂਗੇ ਤਾਂ ਸਾਨੂੰ ਬਰਕਤ ਮਿਲਣੀ ਹੈ, ਤਾਂ ਸਾਨੂੰ ਆਸ਼ੀਸ਼ ਮਿਲਣੀ ਹੈ। ਪੌਲੁਸ ਨੂੰ ਯਿਸੂ ਮਸੀਹ ਨੇ ਆਵਾਜ਼ ਦਿੱਤੀ। ਅਗਰ ਉਹ ਸਿਰਫ ਕੱਲੀ ਆਵਾਜ਼ ਹੀ ਸੁਣ ਲੈਂਦਾ ਤੇ ਅੱਜ ਤੁਹਾਡੇ ਮੇਰੇ ਤੱਕ ਪੱਤਰੀਆਂ ਨਾ ਪਹੁੰਚਦੀਆਂ। ਤੁਹਾਡੇ ਮੇਰੇ ਤੱਕ ਪੱਤਰੀਆਂ ਪਹੁੰਚਣ ਦਾ ਮਤਲਬ ਸਿਰਫ ਇਹ ਆ ਕਿ ਪੌਲੁਸ ਨੇ ਸਿਰਫ ਆਵਾਜ਼ ਨੂੰ ਸੁਣਿਆ ਨਹੀਂ, ਉਹਨੇ ਅਮਲ ਦਾ ਰੂਪ ਦਿੱਤਾ, ਅਮਲ ਦਾ ਰੂਪ ਦਿੱਤਾ। ਹਾਲੇਲੂਇਆ। ਜੋ ਯਿਸੂ ਮਸੀਹ ਨੇ ਕਿਹਾ ਉਹਨੂੰ ਕੀਤਾ। ਪਤਰਸ ਨੇ, ਯਹੋਨਾ ਨੇ ਇਸੇ ਰੀਤੀ ਦੇ ਨਾਲ ਕੀਤਾ, ਚੇਲਿਆਂ ਨੇ ਇਸੇ ਰੀਤੀ ਦੇ ਨਾਲ ਕੀਤਾ। ਸਿਰਫ ਆਵਾਜ਼ ਨੂੰ ਸੁਣਿਆ ਨਹੀਂ, ਸਿਰਫ ਗੱਲਾਂ ਨੂੰ ਸੁਣਿਆ ਨਹੀਂ, ਉਹਨੂੰ ਕੰਪਲੀਟ ਕੀਤਾ, ਪੂਰਾ ਕੀਤਾ, ਅਮਲ ਦਾ ਰੂਪ ਦਿੱਤਾ। ਮੁਬਾਰਕ ਉਹ ਬੰਦਾ ਆ ਜਿਹੜਾ ਇਹਨਾਂ ਭਵਿੱਖਬਾਣੀ ਦੀ ਗੱਲਾਂ ਨੂੰ ਪੜ੍ਹਦਾ, ਸੁਣਦਾ ਤੇ ਉਹਦੇ ਅਨੁਸਾਰ ਚੱਲਦਾ। ਸਿਰਫ ਪੜ੍ਹਨਾ ਕਾਫੀ ਨਹੀਂ ਆ, ਸੁਣਨਾ ਕਾਫੀ ਨਹੀਂ ਆ, ਬਟ ਇਹਦੇ ਅਨੁਸਾਰ ਚੱਲਣਾ ਬਹੁਤ ਜ਼ਰੂਰੀ ਆ। ਅਗਰ ਅਸੀਂ ਇਹਦੇ ਅਨੁਸਾਰ ਨਹੀਂ ਚੱਲ ਰਹੇ ਹਾਂ ਤੇ ਪੋਸੀਬਲ ਨਹੀਂ ਹੈ ਕਿ ਬਾਈਬਲ ਦੀਆਂ ਬਰਕਤਾਂ ਤੁਹਾਡੀ ਜ਼ਿੰਦਗੀ 'ਚ ਰਿਲੀਜ਼ ਹੋਣ, ਬਾਈਬਲ ਦੀਆਂ ਬਰਕਤਾਂ ਬਾਹਰ ਨਿਕਲ ਕੇ ਤੁਹਾਡੀ ਜ਼ਿੰਦਗੀ 'ਚ, ਤੁਹਾਡੇ ਪਰਿਵਾਰ 'ਚ ਨਜ਼ਰ ਆਉਣ। ਇਹ ਪੋਸੀਬਲ ਨਹੀਂ ਹੈ ਅਗਰ ਤੁਸੀਂ ਅਮਲ ਨਹੀਂ ਕਰਦੇ ਪਏ। ਅਗਰ ਕੱਲੀ ਨਿਸ਼ਚਾ ਆ ਤੇ ਤੁਸੀਂ ਆਸ਼ੀਸ਼ਿਤ ਨਹੀਂ ਹੋ ਸਕਦੇ, ਤੁਸੀਂ ਬਰਕਤ ਨਹੀਂ ਪ੍ਰਾਪਤ ਕਰ ਸਕਦੇ, ਤੁਸੀਂ ਆਪਣੇ ਸ਼ਰਾਪਾਂ ਨੂੰ ਤੋੜ ਨਹੀਂ ਸਕਦੇ, ਤੁਸੀਂ ਬੰਧਨਾਂ ਤੋਂ ਰਿਹਾਈ ਨਹੀਂ ਪਾ ਸਕਦੇ ਆ ਅਗਰ ਤੁਸੀਂ ਅਮਲ ਦਾ ਰੂਪ ਨਹੀਂ ਦੇ ਰਹੇ। ਹਾਲੇਲੂਇਆ। ਬਾਈਬਲ ਕਹਿੰਦਾ ਤੂੰ ਮੈਨੂੰ ਆਪਣੇ ਪੂਰੇ ਦਿਲ ਦੇ ਨਾਲ, ਪੂਰੀ ਜਾਨ ਦੇ ਨਾਲ, ਪੂਰੀ ਸਮਝ ਦੇ ਨਾਲ, ਪੂਰੇ ਜ਼ੋਰ ਦੇ ਨਾਲ ਤੂੰ ਮੈਨੂੰ ਪਿਆਰ ਕਰ। ਸਿਰਫ ਪੜ੍ਹ ਲਿਆ ਕਾਫੀ ਨਹੀਂ ਹੈ, ਸਿਰਫ ਸੁਣ ਲਿਆ ਕਾਫੀ ਨਹੀਂ ਆ, ਇਹਨੂੰ ਪ੍ਰੈਕਟੀਕਲ ਕਰਨਾ। ਯਿਸੂ ਮਸੀਹ ਕਹਿੰਦੇ ਜੋ ਮੈਨੂੰ ਪਿਆਰ ਕਰਦਾ ਉਹ ਮੇਰੇ ਵਚਨਾਂ ਦੇ ਅਨੁਸਾਰ ਚੱਲਦਾ ਹੈ, ਉਹ ਮੇਰੇ ਵਚਨਾਂ ਦੀ ਪਾਲਣਾ ਕਰਦਾ, ਉਹ ਮੇਰੀ ਗੱਲਾਂ ਨੂੰ ਮੰਨਦਾ ਆ। ਜੋ ਮੈਨੂੰ ਪਿਆਰ ਕਰਦਾ। ਹੁਣ ਅਸੀਂ ਸਿਰਫ ਚਰਚ ਦੇ ਵਿੱਚ ਬੈਠ ਗਏ ਆ ਕਿ ਇਸ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਅਸੀਂ ਯਿਸੂ ਮਸੀਹ ਨੂੰ ਪਿਆਰ ਕਰਦੇ ਹਾਂ। ਅਸੀਂ ਉਛਲ ਕੇ, ਕੁੱਦ ਕੇ, ਨੱਚ ਕੇ, ਟੱਪ ਕੇ ਅਸੀਂ ਵਰਸ਼ਿਪ ਕਰ ਲਿਆ। ਇੱਥੋਂ ਇਹ ਸਾਬਿਤ ਨਹੀਂ ਹੁੰਦਾ ਕਿ ਅਸੀਂ ਯਿਸੂ ਮਸੀਹ ਨੂੰ ਪਿਆਰ ਕਰਦੇ ਹਾਂ। ਸਾਬਿਤ ਉਸ ਦਿਨ ਹੋਏਗਾ ਜਿਸ ਦਿਨ ਤੁਸੀਂ ਬਾਈਬਲ ਨੂੰ ਪੜ੍ਹਿਆ ਔਰ ਜੋ ਉਹਦੇ ਵਿੱਚ ਲਿਖਿਆ ਉਹਦੇ ਅਨੁਸਾਰ ਤੁਸੀਂ ਆਪਣੀ ਜ਼ਿੰਦਗੀ ਨੂੰ ਚਲਾਇਆ। ਉਸ ਦਿਨ ਤੁਸੀਂ ਸਾਬਿਤ ਕਰੋਗੇ, ਮਤਲਬ ਤੁਸੀਂ ਅਮਲ ਕੀਤਾ ਵਚਨ ਦੇ ਉੱਪਰ, ਚਾਹੇ ਉਹ ਸੁਣਨ ਦੇ ਦੁਆਰਾ ਕੀਤਾ,
ਚਾਹੇ ਉਹ ਪੜਨ ਦੇ ਦੁਆਰਾ ਕੀਤਾ, ਤੁਸੀਂ ਉਸ ਦਿਨ ਆਸ਼ੀਸ਼ਿਤ ਹੋਵੋਗੇ। ਤੁਹਾਡਾ ਉਸ ਦਿਨ ਤੋਂ ਬਰਕਤ ਪ੍ਰਾਪਤ ਕਰਨ ਦਾ ਦਿਨ ਸ਼ੁਰੂ ਹੋ ਜਾਣਾ ਯਿਸੂ ਮਸੀਹ ਦੇ ਨਾਮ 'ਚ। ਬੋਲੋ ਆਮੀਨ, ਹਾਲੇਲੂਇਆ। ਜਿਸ ਦਿਨ ਤੁਸੀਂ ਵਚਨ ਨੂੰ ਅਮਲ ਦਾ ਰੂਪ ਦੇ ਦਿੱਤਾ ਆਪਣੀ ਜ਼ਿੰਦਗੀ ਦੇ ਵਿੱਚ। ਬਾਈਬਲ ਕਹਿੰਦਾ ਤੂੰ ਆਪਣੇ ਭਰਾ ਨੂੰ ਮਾਫ ਕਰ ਤਾਂ ਤੈਨੂੰ ਮਾਫੀ ਮਿਲਣੀ ਹੈ। ਬਾਈਬਲ ਕਹਿੰਦਾ ਅਗਰ ਤੇਰਾ ਵੈਰ ਆ ਕਿਸੇ ਦੇ ਨਾਲ, ਤੇਰੇ ਭਰਾ ਦੇ ਨਾਲ, ਤੇ ਤੂੰ ਭੇਂਟ ਚੜਾਉਣ ਦੇ ਲਈ ਆਇਆ ਜਗਵੇਦੀ ਤੇ ਤੂੰ ਆਪਣੀ ਭੇਂਟ ਛੱਡ ਕੇ ਪਹਿਲਾਂ ਉਹਦੇ ਨਾਲ ਸੁਲ੍ਹਾ ਕਰਕੇ ਆ। ਪਹਿਲਾਂ ਆਪਣੇ ਭਰਾ ਦੇ ਨਾਲ ਤੂੰ ਸੁਲ੍ਹਾ ਕਰਕੇ ਆ, ਫਿਰ ਆ ਕੇ ਭੇਂਟ ਚੜਾ। ਹੁਣ ਅਸੀਂ ਸਿਰਫ ਪ੍ਰਾਰਥਨਾ ਕਰੀ ਜਾ ਰਹੇ, ਸਿਰਫ ਪ੍ਰਾਰਥਨਾ ਕਰੀ ਜਾ ਰਹੇ ਹਾਂ। ਇਹ ਸਿਰਫ ਤੁਸੀਂ ਨਿਸ਼ਚਾ ਦੇ ਵਿੱਚ ਹੋ ਕੇ ਪ੍ਰਾਰਥਨਾ ਕਰ ਰਹੇ, ਇਹਨੂੰ ਅਮਲ ਦਾ ਰੂਪ ਨਹੀਂ ਦੇ ਰਹੇ। ਅਮਲ ਦਾ ਰੂਪ ਦੇਣ ਦੇ ਲਈ ਬਾਈਬਲ ਕਹਿੰਦਾ ਸੁਲ੍ਹਾ ਕਰ, ਬਾਈਬਲ ਕਹਿੰਦਾ ਮਾਫ ਕਰ, ਫਿਰ ਕਹਿੰਦੇ ਤੂੰ ਮੇਰੇ ਅੱਗੇ ਆ ਕੇ ਪ੍ਰਾਰਥਨਾ ਕਰ। ਪਰ ਅਸੀਂ ਮਾਫ ਕਰਨਾ ਨਹੀਂ ਚਾਹੁੰਦੇ, ਮਾਫੀ ਦੇਣਾ ਨਹੀਂ ਚਾਹੁੰਦੇ, ਔਰ ਅਸੀਂ ਸਿਰਫ ਪ੍ਰਾਰਥਨਾ ਕਰਨ 'ਚ ਲੱਗੇ ਪਏ ਹਾਂ। ਔਰ ਆਪਣੇ ਮਨ ਨੂੰ ਤਸੱਲੀ ਦੇਣ ਦੇ ਲਈ, ਅਸੀਂ ਆਪਣੇ ਮਨ ਨੂੰ, ਆਪਣੇ ਆਪ ਨੂੰ ਹੌਸਲਾ ਦੇਣ ਦੇ ਲਈ ਅਸੀਂ ਸਿਰਫ ਪ੍ਰਾਰਥਨਾ ਕਰਨ 'ਚ ਲੱਗੇ ਹਾਂ, ਬਾਈਬਲ ਪੜ੍ਹਨ 'ਚ ਲੱਗੇ ਹਾਂ। ਤੁਸੀਂ ਦੇਖੋ ਵਚਨ ਤੁਹਾਡੇ ਕੋਲੋਂ ਮਿਸ ਹੋ ਰਿਹਾ ਕਿ ਬਾਈਬਲ ਕਹਿੰਦਾ ਤੂੰ ਪਹਿਲਾਂ क्षमा ਕਰ, ਫਿਰ ਤੈਨੂੰ ਵੀ ਮਾਫੀ ਮਿਲਣੀ ਹੈ ਜਦੋਂ ਅਸੀਂ ਨਿਆਂ ਦੀ ਲਾਈਨ ਦੇ ਵਿੱਚ ਲੱਗੇ ਹੋਣਾ ਹੈ। ਹਾਲੇਲੂਇਆ। ਮੈਂ ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਹੋ। ਜਦੋਂ ਮੈਂ ਬਾਈਬਲ ਦੇ ਵਿੱਚ ਤੁਹਾਨੂੰ ਲੈ ਕੇ ਜਾਣਾ ਚਾਹੁੰਦਾ ਹਾਂ। ਜਦੋਂ ਅਸੀਂ ਯਸ਼ਾਇਆ ਦਾ ਪੁਸਤਕ ਪੜ੍ਹਦੇ ਹਾਂ, ਉਹਦਾ 29 ਨੰਬਰ ਅਧਿਆਇ ਔਰ ਉਹਦਾ 13 ਨੰਬਰ ਪੰਕਤੀ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ, ਕਹਿੰਦਾ ਤਾਂ ਪ੍ਰਭੂ ਨੇ ਆਖਿਆ, ਇਸ ਲਈ ਕਿ ਇਹ ਲੋਕ ਮੇਰੇ ਨੇੜੇ ਆਉਂਦੇ ਅਤੇ ਆਪਣੀਆਂ ਮੂੰਹਾਂ ਔਰ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੇਰੇ ਤੋਂ ਦੂਰ ਆ। ਮਤਲਬ ਅਮਲ ਨਹੀਂ ਕਰਦੇ ਪਏ, ਸਿਰਫ ਦਿਖਾਵਾ ਕਰ ਰਹੇ ਆ, ਸਿਰਫ ਇਹ ਸ਼ੋਅ ਕਰਦੇ ਆ ਕਿ ਅਸੀਂ ਚਰਚ ਆ ਰਹੇ ਹਾਂ, ਇਹ ਸ਼ੋਅ ਕਰ ਰਹੇ ਕਿ ਅਸੀਂ ਕ੍ਰਿਸਚਨ ਹੈਗੇ ਆ, ਬਟ ਉਹਦਾ ਬੈਨੀਫਿਟ ਤੁਹਾਨੂੰ ਨਿਆਂ ਦੇ ਦਿਨ ਮਿਲਣਾ ਨਹੀਂ ਹੈ। ਯਾਦ ਰੱਖਣਾ, ਅੱਜ ਅਗਰ ਤੁਸੀਂ ਚਰਚ ਦੇ ਵਿੱਚ ਮੋਹਰੇ ਹੋ ਕੇ ਕੰਮ ਕਰ ਰਹੇ ਆ, ਚਾਹੇ ਤੁਸੀਂ ਪੁਲਪਟ ਦੇ ਨਜ਼ਦੀਕ ਆ, ਚਾਹੇ ਤੁਸੀਂ ਪਾਸਟਰ ਦੇ ਨਜ਼ਦੀਕ ਆ, ਚਾਹੇ ਤੁਸੀਂ ਚਰਚ ਦੇ ਵਿੱਚ ਸਾਰੀ ਜ਼ਿੰਮੇਵਾਰੀ ਨੂੰ ਚੱਕਿਆ ਹੋਇਆ ਆ, ਚਾਹੇ ਤੁਸੀਂ ਐਲਡਰ ਆ, ਚਾਹੇ ਤੁਸੀਂ ਚਰਚ ਦੀ ਛੋਟੀ ਤੋਂ ਛੋਟੀ ਔਰ ਵੱਡੀ ਤੋਂ ਵੱਡੀ ਹਰ ਚੀਜ਼ ਦੇ ਉੱਪਰ ਇਖਤਿਆਰ ਰੱਖਦੇ ਆ, ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜਦ ਤੱਕ ਤੁਸੀਂ ਵਚਨ ਦੇ ਅਨੁਸਾਰ ਚੱਲਦੇ ਨਹੀਂ, ਯਾਨੀ ਕਿ ਵਚਨ ਨੂੰ ਅਮਲ ਦਾ ਰੂਪ ਨਹੀਂ ਦੇ ਰਹੇ ਆਪਣੀ ਜ਼ਿੰਦਗੀ 'ਚ, ਵੀ ਪ੍ਰੈਕਟੀਕਲ ਨਹੀਂ ਕਰਦੇ ਆ, ਤੁਹਾਡਾ ਇਹ ਸਾਰਾ ਕੀਤਾ ਕਰਾਇਆ ਨਿਆਂ ਦੇ ਦਿਨ ਤੁਹਾਡੇ ਕੰਮ ਨਹੀਂ ਆਉਣਾ। ਇਹ ਤੁਹਾਨੂੰ ਬਚਾ ਨਹੀਂ ਸਕਦਾ ਆ। ਤੁਹਾਡਾ ਬਚਾਅ ਕਰਨ ਦੇ ਲਈ, ਆਪਣਾ ਬਚਾਅ ਕਰਨ ਦੇ ਲਈ ਸਾਨੂੰ ਵਚਨ ਨੂੰ ਅਮਲ ਦਾ ਰੂਪ ਦੇਣਾ ਪੈਣਾ ਆਪਣੀ ਜ਼ਿੰਦਗੀ ਦੇ ਵਿੱਚ। ਹਾਲੇਲੂਇਆ। ਉਮੀਦ ਕਰਦਾ ਹਾਂ ਕਿ ਤੁਸੀਂ ਸਮਝ ਪਾ ਰਹੇ ਹੋ ਕਿ ਅਗਰ ਅਸੀਂ ਅਮਲ ਨਹੀਂ ਕਰ ਰਹੇ ਹਾਂ ਤੇ ਸਾਡਾ ਵਿਸ਼ਵਾਸ ਜਿਹੜਾ ਆ ਉਹ ਮੁਰਦਾ ਆ। ਬਾਈਬਲ ਕਹਿੰਦਾ ਅਗਰ ਅਸੀਂ ਅਮਲ ਨਹੀਂ ਕਰ ਰਹੇ ਤੇ ਸਾਡਾ ਜਿਹੜਾ ਵਿਸ਼ਵਾਸ ਆ ਉਹ ਮੁਰਦਾ ਆ। ਹਾਲੇਲੂਇਆ। ਉਮੀਦ ਕਰਦੇ ਹਾਂ ਸਮਝ ਪਾ ਰਹੇ ਹਾਂ। ਅੱਗੇ ਲਿਖਿਆ, ਕਹਿੰਦਾ ਆਪਣੇ ਮੂੰਹਾਂ ਔਰ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ, ਪਰ ਉਹਨਾਂ ਦਾ ਦਿਲ ਮੇਰੇ ਤੋਂ ਦੂਰ ਆ, ਅਤੇ ਮੇਰਾ ਭੈ ਉਹਨਾਂ ਲਈ ਆਦਮੀਆਂ ਦਾ ਹੁਕਮ ਹੀ ਆ ਜਿਹੜਾ ਰਟਿਆ ਹੋਇਆ ਆ। ਹਾਲੇਲੂਇਆ। ਕੁਝ ਲੋਕਾਂ ਦਾ, ਕੁਝ ਇਨਸਾਨਾਂ ਦਾ ਕਹਿੰਦੇ ਮੇਰਾ ਡਰ ਹੀ ਉਹਨਾਂ ਦੀ ਜ਼ਿੰਦਗੀ 'ਚ ਇਸ ਤਰ੍ਹਾਂ ਦਾ ਰਹਿ ਗਿਆ ਆ ਕਿ ਜਿੱਦਾਂ ਕਿਸੇ ਇੱਕ ਆਦਮੀ ਦਾ ਜਾਂ ਕਿਸੇ ਇੱਕ ਇਨਸਾਨ ਦਾ ਡਰ ਹੁੰਦਾ, ਸੇਮ ਡਰ ਕਹਿੰਦੇ ਪਰਮੇਸ਼ਵਰ ਕਹਿੰਦੇ ਮੇਰਾ ਰਹਿ ਗਿਆ ਉਹਨਾਂ ਦੀ ਜ਼ਿੰਦਗੀਆਂ 'ਚ। ਕਿਉਂ ਰਹਿ ਗਿਆ? ਕਿਉਂਕਿ ਉਹ ਵਚਨ ਦੇ ਉੱਪਰ ਅਮਲ ਕਰਨ ਵਾਲੇ ਨਹੀਂ, ਪਰਮੇਸ਼ਵਰ ਦੀਆਂ ਗੱਲਾਂ ਦੇ ਉੱਪਰ ਅਮਲ ਕਰਨ ਵਾਲੇ ਨਹੀਂ ਆ। ਅਮਲ ਕਰਨ ਦਾ ਮਤਲਬ ਆ ਕਿ ਖੁਦਾ ਦੀਆਂ ਗੱਲਾਂ ਨੂੰ ਸੁਣ ਲਿਆ ਔਰ ਉਹਨੂੰ ਪੂਰਾ ਕੀਤਾ ਔਰ ਭੁੱਲੇ ਨਹੀਂ, ਔਰ ਭੁੱਲਣਾ ਵੀ ਨਹੀਂ। ਜਿਸ ਤਰ੍ਹਾਂ ਕਿ ਲਾਈਕ ਗਾਲਾਂ ਕੱਢਣ ਵਾਲਾ ਬੰਦਾ ਸਵਰਗ ਦਾ ਅਧਿਕਾਰੀ ਨਹੀਂ ਆ, ਪਰਮੇਸ਼ਵਰ ਦੇ ਰਾਜ ਦਾ ਅਧਿਕਾਰੀ ਨਹੀਂ ਆ। ਬਾਈਬਲ ਏਦਾਂ ਕਹਿੰਦਾ ਹੈ ਔਰ ਅਸੀਂ ਪੜ੍ਹ ਲਿਆ। ਔਰ ਜਦੋਂ ਅਸੀਂ ਇਹਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਾਂ, ਗਾਲਾਂ ਕੱਢਣਾ, ਇਹਨੂੰ ਅਸੀਂ ਆਦਤ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਾਂ, ਇਹਦਾ ਮਤਲਬ ਅਸੀਂ ਵਿਸ਼ਵਾਸ ਕਰਦੇ ਹਾਂ। ਔਰ ਜਦੋਂ ਤੁਸੀਂ ਪ੍ਰੋਪਰ ਰੀਤੀ ਦੇ ਨਾਲ ਛੱਡ ਰਹੇ ਹੋ ਔਰ ਦੁਬਾਰਾ ਤੋਂ ਇਹ ਤੁਹਾਡੀ ਜ਼ਿੰਦਗੀ 'ਚ ਨਹੀਂ ਆ ਰਹੀਆਂ ਆ, ਇਟ ਮੀਨਸ ਤੁਸੀਂ ਅਮਲ ਕਰਦੇ ਪਏ ਆ ਵਚਨ ਦੇ ਉੱਪਰ। ਚਾਹੇ ਤੁਹਾਨੂੰ ਕਿੰਨਾ ਵੀ ਗੁੱਸਾ ਕਿਉਂ ਨਾ ਚੜਾਵੇ ਸ਼ੈਤਾਨ, ਚਾਹੇ ਤੁਹਾਡੀ ਸਿਚੁਏਸ਼ਨ ਕਿਉਂ ਨਾ ਇਦਾਂ ਦੀ ਹੋ ਜਾਵੇ ਕਿ ਜਿਸ ਸਿਚੁਏਸ਼ਨ ਦੇ ਵਿੱਚ ਤੁਸੀਂ ਆਪਣਾ ਆਪਾ ਖੋ ਬੈਠੋ ਔਰ ਗਾਲਾਂ ਕੱਢੋ, ਇਦਾਂ ਨਹੀਂ ਆ। ਇਹ ਫਿਰ ਤੁਹਾਡਾ ਵਿਸ਼ਵਾਸ ਜਿਹੜਾ ਤੁਹਾਨੂੰ ਗਿਰਾ ਦੇਗਾ। ਅਗਰ ਤੁਸੀਂ ਅਮਲ ਕੀਤਾ ਹੋਇਆ ਵਚਨ ਦੇ ਉੱਪਰ ਔਰ ਉਹਨੂੰ ਯਾਦ ਰੱਖਿਆ ਹੋਇਆ ਔਰ ਉਹਨੂੰ ਭੁੱਲਦੇ ਨਹੀਂ ਆ, ਤੇ ਸ਼ੈਤਾਨ ਤੁਹਾਨੂੰ ਗਿਰਾ ਨਹੀਂ ਸਕਦਾ।
शैतान तुहानूं कमज़ोर नहीं कर सकता है। फिर तुसीं बरकत तो खुंज नहीं सकते हैं, बरकत तो रह नहीं सकते हैं कि जो बाइबल के अंदर लिखिया आया वो तुहाडी जिंदगी च नज़र आएगा। कदों आएगा? जो बाइबल अगर कहता है अमल करने के लिए और तुसीं अमल करते पे हैं। अगर तुसीं अमल नहीं करते हैं तो तुहाडा विश्वास जिहड़ा बेकार है। विश्वास के द्वारा ही कहते असीं परमेश्वर नूं खुश कर सकते। किहड़े विश्वास के द्वारा? जिहड़ा विश्वास अमल दे नाल है। जिस विश्वास दे नाल अमल रलिया होया है, जिस विश्वास दे नाल परमेश्वर दा वचन रलिया होया है, परमेश्वर दा वचन जिन्हों तुसीं अमल दा रूप दे रहे। हालेलुया। तां तुसीं परमेश्वर नूं खुश कर सकते हैं। अगर तुसीं सोचो, अगर तुसीं इस तरह करो कि हाँ मैनूं विश्वास है, कल्ले विश्वास दे नाल तुसीं परमेश्वर नूं खुश नहीं कर सकते। अमल दे नाल तुसीं विश्वास करदे आ तां तुसीं परमेश्वर नूं खुश कर सकते हैं। हालेलुया। और जब तुसीं बाइबल नूं पढ़न की कोशिश करोगे, गलातियां दा पुस्तक, और ਉਹਦੇ ਵਿੱਚ पौल कहता गलातियां दी कलीसिया नूं, कहता तुसीं आत्मा तो तां शुरू कर दिता है काम ते हुण कहता शरीर ते खत्म करना है। कहता तुसीं जदों शुरुआत कीती बड़े आत्मक सीगे, बड़ा वचन के उपर अमल करते होंदे सीगे, बड़ा सीरीयसली एक एक गल नूं सुणदे सीगे और ध्यान दिंदे सीगे, और थोड़े महीनों बाद, थोड़े सालों बाद अज वो ध्यान कित्थे चला गया? अज वो वचन के उपर अमल करना कित्थे चला गया? कहता तुसीं शुरुआत अपनी आत्मक तौर पर कीती आ, पर उन्होंने समाप्ति उहदी तुसीं शरीर दीआं कामनावां दे उपर करदे पे आ। अज कहता तुसीं शरीरक बन गए आ, अज तुहानूं शरीरक अभिलाषावां तंग कर रही, अज तुहानूं शरीर दे जिहड़े काम आ याद आउंदे आ, अज तुहानूं शरीर दीआं जिहड़ियां इंद्रियां तंग करदियां, पाप दे लई, नशे दे लई, गलत कामां दे लई, गलत विचारधारा दे लई। कहता जो शुरुआत की सी उदों आत्मक की सी, पर तुसीं एंड अपना किस तरह कर रहे हैं? शरीर के अनुसार करते हैं, शरीरक अभिलाषावां के अनुसार करते हैं। जो तुसीं गलातियां दा पुस्तक 3 नंबर पढ़ोगे 1 ਤੋਂ 5 तक तुहानूं फिर एक गल नजर आएगी बाइबल दे विच। कहता तुसीं आत्मा द्वारा शुरू कर दिता, तुसीं मूर्ख बने पे आ। कहता डांटदा पिया हो लोगों नूं जिहड़े लोग सिर्फ निश्चा करके बैठे हुए सीगे। जब तक तुसीं अमल का रूप नहीं दोगे तब तक तुसीं तरक्की नहीं कर सकते, तब तक तुसीं परमेश्वर नूं खुश नहीं कर सकते, क्योंकि परमेश्वर नूं खुश करना अमल करने दे बराबर है। अगर तुसीं अमल करना शुरू कर दिता परमेश्वर के वचन के उपर, इट मीनस तुसीं परमेश्वर नूं खुश करने वाले हैं और परमेश्वर तुहाडे तो खुश होने वाले हैं। हालेलुया। उम्मीद करदा तुसीं समझ पा रहे हैं इस गल नूं। और मेरे नाल ओपन करिए जरा याकूब दा पुस्तक और उहदा 2 नंबर अध्याय, याकूब दा पुस्तक उहदा 2 नंबर अध्याय और उहदा 19 नंबर पंक्ति तो मैं कंटिन्यू करना, तुसीं सुनना बड़े ध्यान दे नाल कि अगर असीं अमल नहीं करते पे हैं तो साडा जिहड़ा विश्वास कीता वो बेकार आ। किहड़ा विश्वास? जो चर्च दे विच आराधना होई या वर्शिप होया, किसी टाइम खुदा ने तुहानूं छू लिया, तुसीं बहुत आनंदित होए आ, बहुत उसी रूहदारी दे नाल भर गए हैं और तुहानूं जोश आ गया कि नहीं हुण मैं खुदा दे अनुसार चलना, खुदा दे वचनां दे अनुसार चलना, हुण मैं रेगूलर चर्च आउणा आ, हुण मैं खुदा दी मर्जी नूं पूरा करना है। बट अगर तुसीं इहनूं अमल दा रूप नहीं दोगे, उस वचन नूं अपनी जिंदगी च थां नहीं दोगे, उन्हां शब्दां नूं, उस किरपा नूं अपने अंदर थां नहीं दोगे, जोड़ के नहीं रखोगे, जमा नहीं करोगे, तो तुहाडा जिहड़ा उस दिन जो तुहाडे उपर किरपा होई वो किसी काम दी नहीं है तुहाडे उपर। वो 1-2 दिन उसका असर रहेगा। क्यों? क्योंकि तुसी जो निर्णय लै रहे हैं वो बिना अमल तो लै रहे हैं, तुसी जो डिसीजन लै रहे हैं अपनी लाइफ दे विच वो बिना अमल तो लै रहे हैं। तुहानूं अमल दे नाल डिसीजन लेना पैना है। जिस दिन तुसी अमल करन दे नाल डिसीजन लेने शुरू कर देते उस दिन तुसी कामयाब या। बोलो आमीन। हालेलुया। तुसी उसी दिन तो कामयाबी दे राहां दे उपर कदम रख देता। जिस दिन तुसी वचन नूं पढ़ लिया तुहाडी जिंदगी आत्मक जिंदगी शुरू हो जाती है। जब तक वचन नूं नहीं पढ़िया कोई दिक्कत नहीं है, पर जदों पढ़ लिया या जदों सुन लिया तुहाडी आत्मक जिंदगी उसी दिन तो शुरू हो जाती है। उदों तुहाडी फाइट शुरू हो जाती है, उदों तुहाडी आत्मक लड़ाई की शुरुआत होंदी है जिहदे विच तुसी जितना है और परमेश्वर दे कोलों न्याय दे दिन मुकट नूं हासिल करना है और स्वर्ग के अधिकारी बनना है। हालेलुया। मैं उम्मीद करता तुसी समझ पा रहे हैं। और मैं पढ़दा 19 नंबर पंक्ति तो, लिखिया तू निश्चा रखदा है जो परमेश्वर एको ही आ। कहंदे ए तू अच्छा करदा है, भूत इहो ही निश्चा करदे हन और कंबदे हन, पर हे निकम्मिया मनुखा
ਕੀ ਤੂੰ ਇਹ ਜਾਣਿਆ ਚਾਹੁੰਦਾ ਆ ਭਈ ਅਮਲਾਂ ਬਾਝੋਂ ਨਿਸ਼ਚਾ ਅਕਾਰਥ ਆ, ਬੇਕਾਰ ਆ ਅਗਰ ਤੁਸੀਂ ਅਮਲ ਨਹੀਂ ਕਰਦੇ ਪਏ। ਬਾਈਬਲ ਕਹਿੰਦਾ ਪਤੀ ਦੇ ਲਈ ਕਿ ਤੂੰ ਆਪਣੀ ਪਤਨੀ ਨੂੰ ਪਿਆਰ ਕਰ, ਇਹਨੂੰ ਤੁਹਾਨੂੰ ਅਮਲ ਦਾ ਰੂਪ ਦੇਣਾ ਪੈਣਾ। ਪਤਨੀ ਦੇ ਲਈ ਬਾਈਬਲ ਕਹਿੰਦਾ ਕਿ ਤੂੰ ਆਪਣੇ ਪਤੀ ਦੇ ਆਗਿਆਕਾਰੀ ਦੇ ਵਿੱਚ ਰਹਿ, ਉਹਦੀ ਅਧੀਨਗੀ ਚ ਰਹਿ ਜਿੱਦਾਂ ਪਰਮੇਸ਼ਵਰ ਦੇ, ਇਹਨੂੰ ਅਮਲ ਦਾ ਰੂਪ ਦੇਣਾ ਆ। ਬਾਈਬਲ ਕਹਿੰਦਾ ਬੁਰਾ ਨਾ ਦੇਖ, ਅਸੀਂ ਨਾ ਦੇਖ ਕੇ ਵਚਨ ਨੂੰ ਅਮਲ ਦਾ ਰੂਪ ਦੇਣਾ ਆਪਣੀ ਜ਼ਿੰਦਗੀ ਦੇ ਵਿੱਚ। ਜੇ ਬਾਈਬਲ ਕਹਿੰਦਾ ਆ ਭਲਾ ਕਰ, ਤੇ ਅਸੀਂ ਭਲਾ ਕਰਕੇ ਵਚਨ ਨੂੰ ਅਮਲ ਦਾ ਰੂਪ ਦੇਣਾ ਆਪਣੀ ਜ਼ਿੰਦਗੀ ਦੇ ਵਿੱਚ। ਹਾਲੇਲੂਇਆ। ਬਾਈਬਲ ਕਹਿੰਦਾ ਮਖੌਲੀਆਂ ਦੀ ਝੁੰਡੀ ਦੇ ਵਿੱਚ ਨਾ ਬੈਠ। ਬਾਈਬਲ ਕਹਿੰਦਾ ਹਾਸਾ ਠੱਠਾ ਨਾ ਕਰ, ਔਰ ਅਸੀਂ ਇਹ ਗੱਲਾਂ ਨਾ ਕਰਕੇ ਹੀ ਵਚਨ ਨੂੰ ਅਮਲ ਦਾ ਰੂਪ ਦੇਣਾ ਆਪਣੀ ਜ਼ਿੰਦਗੀ ਦੇ ਵਿੱਚ। ਬਾਈਬਲ ਕਹਿੰਦਾ ਬੁਰਾਈ ਤੋਂ ਦੂਰ ਰਹਿ, ਕੋਸੋਂ ਹੀ ਦੂਰ ਰਹਿ ਬੁਰਾਈ ਤੋਂ, ਔਰ ਅਸੀਂ ਦੂਰ ਰਹਿ ਕੇ ਹੀ ਵਚਨ ਨੂੰ ਆਪਣੀ ਜ਼ਿੰਦਗੀ 'ਚ ਅਮਲ ਦਾ ਰੂਪ ਦੇਣਾ ਹੈ। ਔਰ ਜਦੋਂ ਅਸੀਂ ਅਮਲ ਦਾ ਰੂਪ ਦੇਵਾਂਗੇ ਤਾਂ ਪਰਮੇਸ਼ਵਰ ਦੀ ਨਜ਼ਰਾਂ 'ਚ ਮੁਬਾਰਕ ਕਹਿਲਾਵਾਂਗੇ, ਮੁਬਾਰਕ ਠਹਿਰਾਂਗੇ। ਬੋਲੋ ਹਾਲੇਲੂਇਆ। ਔਰ ਅੱਗੇ ਬਾਈਬਲ ਇਦਾਂ ਕਹਿੰਦਾ ਹੇ ਨਿਕੰਮਿਆਂ ਮਨੁੱਖਾ, ਕਿ ਤੂੰ ਇਹ ਜਾਣਿਆ ਚਾਹੁੰਦਾ ਭਈ ਅਮਲਾਂ ਬਾਝੋਂ ਨਿਸ਼ਚਾ ਜਿਹੜੀ ਆ ਬੇਕਾਰ ਆ, ਕਿ ਸਾਡਾ ਪਿਤਾ ਅਬਰਾਹਮ ਅਮਲਾਂ ਦੇ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਹਨੇ ਆਪਣੇ ਪੁੱਤਰ ਇਸਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ। ਤੂੰ ਵੇਖਦਾ ਆ ਭਈ ਨਿਸ਼ਚਾ ਉਹਦੇ ਅਮਲਾਂ ਦੇ ਨਾਲ ਗੁਣਕਾਰ ਹੋਈ, ਔਰ ਅਮਲਾਂ ਤੋਂ ਨਿਸ਼ਚਾ ਜਿਹੜੀ ਆ ਕੰਪਲੀਟ ਹੋਈ। ਹਾਲੇਲੂਇਆ। ਜੇ ਇਬਰਾਹਿਮ ਆਵਾਜ਼ ਨੂੰ ਸੁਣ ਕੇ ਉਹਨੂੰ ਪੂਰਾ ਨਾ ਕਰਦਾ, ਤੇ ਫਿਰ ਉਹ ਸਿਰਫ ਉਹਨੇ ਨਿਸ਼ਚਾ ਕੀਤੀ, ਖੁਦਾ ਦੀ ਆਵਾਜ਼ ਸੁਣੀ ਕਿ ਹਾਂ ਮੈਂ ਪਰਮੇਸ਼ਵਰ ਦੀ ਆਵਾਜ਼ ਸੁਣੀ, ਬਟ ਉਹਨੇ ਇਹਨੂੰ ਕੰਪਲੀਟ ਕੀਤਾ ਆਵਾਜ਼ ਨੂੰ ਸੁਣ ਕੇ। ਜੋ ਪਰਮੇਸ਼ਵਰ ਨੇ ਕਿਹਾ ਉਹਨੂੰ ਕੰਪਲੀਟ ਕੀਤਾ, ਉਹਨੂੰ ਪੂਰਾ ਕੀਤਾ, ਉਹਨੂੰ ਮੰਨਿਆ। ਇਹ ਅਮਲ ਦੇ ਨਾਲ ਉਹਨੇ ਕੀਤਾ, ਅਮਲ ਦੇ ਨਾਲ ਨਿਸ਼ਚਾ ਜਿਹੜੀ ਆ ਗੁਣਕਾਰ ਹੋਈ। ਅੱਜ ਅਗਰ ਅਸੀਂ ਬਾਈਬਲ ਦੇ ਵਿੱਚ ਪੜ੍ਹ ਰਹੇ, ਪਰਮੇਸ਼ਵਰ ਬਾਈਬਲ ਦੇ ਦੁਆਰਾ ਸਾਡੇ ਨਾਲ ਗੱਲ ਕਰਦੇ, ਉਸ ਸਮੇਂ ਉਹਨਾਂ ਦੇ ਨਾਲ ਸਿੱਧੀ ਖੁਦਾ ਗੱਲ ਕਰਦੇ ਸੀ। ਅੱਜ ਵਚਨ ਤੁਹਾਡੇ ਕੋਲ ਆ, ਬਾਈਬਲ ਤੁਹਾਡੇ ਕੋਲ ਆ, ਤੁਹਾਡੇ ਘਰਾਂ 'ਚ, ਤੁਹਾਡੇ ਪਰਿਵਾਰਾਂ 'ਚ ਤੁਹਾਡੇ ਕੋਲ ਆ, ਤੁਹਾਡੇ ਹੱਥਾਂ 'ਚ ਆ। ਤੈਨੂੰ ਤੁਸੀਂ ਪੜ੍ਹੋ, ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰਨਗੇ ਕਿ ਤੇਰੇ ਅੰਦਰ ਕਿਹੜੀ ਕਮੀਆਂ ਨੂੰ ਦੂਰ ਕਰ, ਤੂੰ ਤਰੱਕੀ ਕਿੱਦਾਂ ਕਰਨੀ, ਤੂੰ ਅਭਿਸ਼ਿਕਤ ਕਿੱਦਾਂ ਹੋਣਾ ਹੈ, ਤੇਰਾ ਛੁਟਕਾਰਾ ਕਿੱਦਾਂ ਹੋਣਾ, ਤੇਰੇ ਸ਼ਰਾਬ ਕਿੱਦਾਂ ਟੁੱਟਣੇ ਆ, ਤੂੰ ਪਰੇਸ਼ਾਨੀਆਂ ਤੋਂ ਆਜ਼ਾਦ ਕਿੱਦਾਂ ਹੋਣਾ ਹੈ। ਇਹ ਸਾਰੀਆਂ ਗੱਲਾਂ ਜਿਹੜੀਆਂ ਬਾਈਬਲ ਦੇ ਦੁਆਰਾ ਪਰਮੇਸ਼ਵਰ ਨੇ ਤੁਹਾਡੇ ਨਾਲ ਕਰਨੀਆਂ ਜਦੋਂ ਤੁਸੀਂ ਇਹਨੂੰ ਪੜ੍ਹੋਗੇ। ਹਾਲੇਲੂਇਆ। ਔਰ ਜਦੋਂ ਤੁਸੀਂ ਇਹਨੂੰ ਅਮਲ ਦਾ ਰੂਪ ਦੇਵੋਗੇ ਤਾਂ ਤੁਹਾਡੀ ਜਿਹੜੀ ਨਿਸ਼ਚਾ ਆ ਬਾਈਬਲ ਦੇ ਉੱਪਰ, ਪਰਮੇਸ਼ਵਰ ਦੇ ਉੱਪਰ, ਖੁਦਾਵੰਦ ਯਿਸੂ ਮਸੀਹ ਦੇ ਉੱਪਰ, ਪਵਿੱਤਰ ਆਤਮਾ ਦੇ ਉੱਪਰ, ਫਿਰ ਤੁਹਾਡੀ ਨਿਸ਼ਚਾ ਜਿਹੜੀ ਉਹ ਗੁਣਕਾਰ ਹੋਣੀ ਆ ਅਮਲਾਂ ਦੇ ਨਾਲ। ਅਗਰ ਤੁਸੀਂ ਅਮਲ ਨਹੀਂ ਕਰ ਰਹੇ ਤਾਂ ਤੁਹਾਡਾ ਜਿਹੜਾ ਬਾਈਬਲ ਪੜ੍ਹਨਾ ਜਾਂ ਬਾਈਬਲ ਦੇ ਉੱਪਰ ਨਿਸ਼ਚਾ ਕਰਨਾ, ਕੱਲੀ ਨਿਸ਼ਚਾ ਕਰਨਾ ਬੇਕਾਰ ਆ। ਬਾਈਬਲ ਕਹਿੰਦਾ ਵਿਸ਼ਵਾਸ ਦਾ ਇਨਾਮ ਪਵਿੱਤਰ ਆਤਮਾ ਹੈ। ਜਿਹੜਾ ਬੰਦਾ ਪਰਮੇਸ਼ਵਰ ਤੇ ਨਿਸ਼ਚਾ ਕਰਦਾ ਉਹਨੂੰ ਤੋਹਫੇ ਦੇ ਤੌਰ ਤੇ, ਇਨਾਮ ਦੇ ਤੌਰ ਤੇ ਪਵਿੱਤਰ ਆਤਮਾ ਮਿਲਦਾ। ਕੱਲਾ ਵਿਸ਼ਵਾਸ ਨਹੀਂ, ਨਿਸ਼ਚਾ ਦੇ ਦੁਆਰਾ, ਜਿਹੜਾ ਅਮਲ ਦੇ ਦੁਆਰਾ ਵਿਸ਼ਵਾਸ ਹੁੰਦਾ, ਵਿਸ਼ਵਾਸ ਦੇ ਨਾਲ ਅਮਲ ਵੀ ਕਰਨਾ ਆ, ਔਰ ਅਮਲ ਤੇ ਵਿਸ਼ਵਾਸ ਨੂੰ ਜੋੜਦਾ ਆ ਜਦੋਂ ਬੰਦਾ, ਫਿਰ ਪਾਕ ਰੂਹ ਦੀ ਜ਼ਿੰਦਗੀ ਦੇ ਵਿੱਚ ਤੋਹਫੇ ਦੇ ਤੌਰ ਤੇ ਮਿਲਦਾ ਹੈ ਕਿ ਹਾਂ ਹੁਣ ਤੂੰ ਕੰਪਲੀਟ ਹੋ ਗਿਆ। ਇੱਕ ਸਾਈਨ ਆ ਕਿ ਹਾਂ ਹੁਣ ਤੂੰ ਕੰਪਲੀਟ ਹੋ ਗਿਆ, ਤੂੰ ਸਵਰਗ ਦਾ ਅਧਿਕਾਰੀ ਬਣ ਚੁੱਕਾ। ਅਗਰ ਇਸੇ ਸੁਭਾਅ ਦੇ ਵਿੱਚ ਰਹੇਗਾ, ਇਸੇ ਮਿਹਨਤ ਦੇ ਵਿੱਚ ਰਹੇਗਾ, ਔਰ ਇਸੇ ਜ਼ਿੰਦਗੀ ਦੇ ਵਿੱਚ ਰਹੇਗਾ, ਔਰ ਪਰਮੇਸ਼ਵਰ ਦਾ ਸਥਾਨ ਤੇਰੀ ਜ਼ਿੰਦਗੀ 'ਚ ਪਹਿਲਾਂ ਹੀ ਰਹੇਗਾ, ਤੇ ਤੂੰ ਸਵਰਗ ਦਾ ਅਧਿਕਾਰੀ ਹੈ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ। ਕਹਿੰਦਾ ਕਿ ਅਬਰਾਹਮ ਕਹਿੰਦਾ ਅਮਲਾਂ ਦੇ ਬਾਝੋਂ ਕਹਿੰਦਾ ਧਰਮੀ ਨਹੀਂ ਠਹਿਰਿਆ, ਅਮਲਾਂ ਦੇ ਨਾਲ ਧਰਮੀ ਨਹੀਂ ਠਹਿਰਿਆ, ਕਿ ਜੇ ਉਹ ਅਮਲ ਨਾ ਕਰਦਾ ਤੇ ਉਹਦਾ ਸਿਰਫ ਵਿਸ਼ਵਾਸ ਕਰਨਾ, ਅੱਜ ਤੁਹਾਡੀ ਮੇਰੀ ਜ਼ੁਬਾਨ ਤੇ ਉਹਦਾ ਨਾਮ ਨਾ ਹੁੰਦਾ। ਉਹਨੇ ਅਮਲ ਕੀਤਾ, ਉਹਨੇ ਕੰਪਲੀਟ ਕੀਤਾ ਨਿਸ਼ਚਾ ਨੂੰ, ਉਹਨੇ ਕੰਪਲੀਟ ਕੀਤਾ ਵਿਸ਼ਵਾਸ ਨੂੰ ਅਮਲਾਂ ਦੇ ਦੁਆਰਾ। ਅੱਜ ਦਾ ਇਨਸਾਨ ਸਿਰਫ ਵਿਸ਼ਵਾਸ ਕਰਦਾ, ਇਸੇ ਲਈ ਅਨਕੰਪਲੀਟ ਹੈ ਉਹ ਆਪਣੀ ਲਾਈਫ ਦੇ ਵਿੱਚ, ਇਸ ਲਈ ਉਹ ਅਨਕੰਪਲੀਟ ਹੈ ਆਪਣੀ ਸਪਿਰਚੁਅਲ ਲਾਈਫ ਦੇ ਵਿੱਚ, ਆਪਣੀ ਫੈਮਿਲੀ ਲਾਈਫ ਦੇ ਵਿੱਚ, ਔਰ ਆਪਣੇ ਫਾਈਨਾਂਸ ਦੇ ਵਿੱਚ ਉਹ ਅਨਕੰਪਲੀਟ ਹੈ। ਉਹਦਾ ਮੇਨ ਰੀਜ਼ਨ ਇਹ ਆ ਕਿ ਉਹ ਕੱਲਾ ਵਿਸ਼ਵਾਸ ਜਾਂ ਵਿਸ਼ਵਾਸ ਨੂੰ ਅਮਲ ਦੇ ਨਾਲ ਉਹ ਮਿਲਾ ਨਹੀਂ ਰਿਹਾ। ਔਰ ਬਾਈਬਲ ਸਾਨੂੰ ਅਮਲਾਂ ਨੂੰ ਵਿਸ਼ਵਾਸ ਦੇ ਨਾਲ ਮਿਲਾਉਣ ਦੇ ਲਈ ਕਹਿੰਦਾ ਹੈ। ਕਹਿੰਦਾ ਜੇ ਤੁਸੀਂ ਅਮਲ ਮਤਲਬ ਉਹਨੂੰ ਕੰਪਲੀਟ ਵਚਨ ਨੂੰ ਫੋਲੋ ਕਰਨਾ,
वचन ਨੂੰ ਆਪਣੀ ਜ਼ਿੰਦਗੀ 'ਚ ਥਾਂ ਦੇਣਾ, ਉਹਦੇ ਅਨੁਸਾਰ ਚੱਲਣਾ। ਇਟ ਮੀਨਸ ਕਿ ਤੁਸੀਂ ਅਮਲ ਕਰ ਰਹੇ ਆ ਵਚਨ ਦੇ ਉੱਪਰ, ਮੰਨ ਰਹੇ ਆ ਪਰਮੇਸ਼ਵਰ ਦੀਆਂ ਗੱਲਾਂ ਨੂੰ, ਕਿ ਜੋ ਬਾਈਬਲ 'ਚ ਲਿਖਿਆ ਉਹਨੂੰ ਤੁਸੀਂ, ਜੋ ਲਿਖਿਆ ਕਰਨਾ ਉਹਨੂੰ ਤੁਸੀਂ ਕਰ ਰਹੇ ਆ, ਜੋ ਲਿਖਿਆ ਨਹੀਂ ਕਰਨਾ ਔਰ ਉਹਨੂੰ ਤੁਸੀਂ ਨਹੀਂ ਕਰ ਰਹੇ। ਇਟ ਮੀਨਸ ਤੁਸੀਂ ਅਮਲ ਕਰਦੇ ਪਏ ਆ। ਔਰ ਇਹ ਅਮਲ ਤੁਹਾਡੀ ਜਦੋਂ ਵਿਸ਼ਵਾਸ ਦੇ ਨਾਲ ਜੁੜਨਾ ਆ ਤੇ ਤੁਹਾਡੇ ਲਈ ਸਵਰਗ ਖੁੱਲਣਾ ਆ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ, ਹਾਲੇਲੂਇਆ। ਇਹ ਉਦੋਂ ਸਵਰਗ ਖੁੱਲਣਾ ਜਦੋਂ ਤੁਹਾਡਾ ਵਿਸ਼ਵਾਸ, ਤੁਹਾਡੀ ਨਿਸ਼ਚਾ ਔਰ ਤੁਹਾਡਾ ਅਮਲ ਜਿਹੜਾ ਆ ਇਹ ਇਕੱਠਾ ਹੋ ਗਿਆ। ਜਿਸ ਦਿਨ ਇਕੱਠਾ ਹੋ ਗਿਆ ਉਸੇ ਦਿਨ ਸਵਰਗ ਖੁੱਲ ਜਾਣਾ। ਉਸੇ ਦਿਨ ਤੁਹਾਡੇ ਲਈ ਬੰਦ ਦਰਵਾਜ਼ੇ ਖੁੱਲ ਜਾਣੇ, ਬਰਕਤਾਂ ਦੇ ਭੰਡਾਰੇ ਖੁੱਲ ਜਾਣੇ ਤੁਹਾਡੇ ਲਈ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਬਟ ਜ਼ਰੂਰੀ ਗੱਲ ਇਹ ਆ ਕਿ ਤੁਹਾਨੂੰ ਤੁਹਾਡਾ ਵਿਸ਼ਵਾਸ ਜਿਹੜਾ ਆ ਉਹਨੂੰ ਅਮਲ ਦੇ ਨਾਲ ਅਟੈਚ ਕਰਨਾ ਪੈਣਾ। ਅੱਜ ਤੁਸੀਂ ਸਿਰਫ ਵਿਸ਼ਵਾਸ ਰੱਖ ਕੇ ਬੈਠੇ, ਅੱਜ ਸਿਰਫ ਤੁਹਾਨੂੰ ਵਿਸ਼ਵਾਸ ਆ, ਇਸੇ ਲਈ ਤੁਸੀਂ ਕਮਜ਼ੋਰ ਆ, ਇਸੇ ਲਈ ਤੁਸੀਂ ਤਰੱਕੀ ਨਹੀਂ ਕਰ ਪਾ ਰਹੇ, ਇਸੇ ਲਈ ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਨਹੀਂ ਜਾ ਪਾ ਰਹੇ ਆ। ਨਜ਼ਦੀਕ ਜਾਣ ਦੇ ਲਈ ਤੁਹਾਨੂੰ ਆਪਣੇ ਵਿਸ਼ਵਾਸ ਦੇ ਨਾਲ ਅਮਲ ਨੂੰ ਅਟੈਚ ਕਰਨਾ ਪੈਣਾ, ਅਟੈਚਡ ਕਰਨਾ ਪੈਣਾ ਆ ਆਪਣੇ ਵਿਸ਼ਵਾਸ ਨੂੰ ਅਮਲ ਦੇ ਨਾਲ। ਔਰ ਜਿਸ ਦਿਨ ਇਹ ਦੋਨੋਂ ਅਟੈਚ ਹੋ ਗਏ ਤੁਹਾਡੇ ਜ਼ਿੰਦਗੀ ਦੇ ਵਿੱਚ, ਔਰ ਤੁਸੀਂ ਪਰਮੇਸ਼ਵਰ ਦੇ ਕੋਲੋਂ ਬਰਕਤਾਂ ਨੂੰ ਪ੍ਰਾਪਤ ਕਰੋਗੇ, ਪਰਮੇਸ਼ਵਰ ਦੇ ਹਜ਼ੂਰੋਂ ਬਰਕਤਾਂ ਨੂੰ ਪ੍ਰਾਪਤ ਕਰੋਗੇ। ਔਰ ਜਦ ਤੱਕ ਇਹ ਅਟੈਚ ਨਹੀਂ ਹੋ ਰਹੇ, ਜਦ ਤੱਕ ਇਹ ਜੁੜ ਨਹੀਂ ਰਹੇ ਤੁਹਾਡੀ ਜ਼ਿੰਦਗੀ 'ਚ, ਤੁਹਾਡਾ ਵਿਸ਼ਵਾਸ ਔਰ ਅਮਲ ਜਦ ਤੱਕ ਇਹ ਜੁੜ ਨਹੀਂ ਰਹੇ, ਤਦ ਤੱਕ ਤੁਸੀਂ ਇਕੱਲੇ ਆ, ਤਦ ਤੱਕ ਤੁਸੀਂ ਖਾਲੀ ਆ, ਤਦ ਤੱਕ ਤੁਸੀਂ ਅਨਕੰਪਲੀਟ ਆ। ਔਰ ਆਪਣੇ ਆਪ ਨੂੰ ਕੰਪਲੀਟ ਕਰਨ ਦੇ ਲਈ, ਸੰਪੂਰਨ ਕਰਨ ਦੇ ਲਈ ਸਾਡੇ ਵਿਸ਼ਵਾਸ ਦੇ ਨਾਲ ਅਮਲ ਦਾ ਜੁੜਨਾ ਬਹੁਤ ਜ਼ਰੂਰੀ ਹੈ। ਔਰ ਅੱਗੇ ਲਿਖਿਆ ਬਾਈਬਲ ਦੇ ਵਿੱਚ, ਕਹਿੰਦਾ ਕਿ ਸਾਡਾ ਪਿਤਾ ਅਬਰਾਹਮ ਅਮਲਾਂ ਦੇ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਹਨੇ ਆਪਣੇ ਪੁੱਤਰ ਇਸਾਕ ਨੂੰ ਜਗਵੇਦੀ ਉੱਤੇ ਚਾੜ ਦਿੱਤਾ। ਕਹਿੰਦੇ ਤੂੰ ਵੇਖਦਾ ਆ ਭਈ ਨਿਸ਼ਚਾ ਉਹਦੇ ਅਮਲਾਂ ਦੇ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਸ਼ਚਾ ਜਿਹੜੀ ਆ ਕੰਪਲੀਟ ਹੋਈ, ਸੰਪੂਰਨ ਹੋਈ। ਕਹਿੰਦੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਮ ਨੇ ਪਰਮੇਸ਼ਵਰ ਦੀ ਪ੍ਰਤੀਤ ਕੀਤੀ ਅਤੇ ਇਹ ਉਹਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ਵਰ ਦਾ ਮਿੱਤਰ ਸਦਾਇਆ। ਹਾਲੇਲੂਇਆ। ਕਦੋਂ ਸਦਾਇਆ? ਜਦੋਂ ਉਹਨੇ ਅਮਲ ਦਾ ਰੂਪ ਦਿੱਤਾ। ਸਿਰਫ ਸੁਣ ਕੇ ਇਗਨੋਰ ਨਹੀਂ ਕੀਤਾ, ਸੁਣ ਕੇ ਸਿਰਫ ਇੱਕ ਲਾਰਾ ਨਹੀਂ ਲਗਾਇਆ ਕਿ ਹਾਂ ਪ੍ਰਭੂ ਮੈਂ ਦੇ ਦਾਂਗਾ ਕੁਰਬਾਨੀ। ਉਹਨੇ ਜਿੱਦਾਂ ਹੀ ਸੁਣਿਆ ਉਸੇ ਟਾਈਮ ਉਹਨੇ ਅਮਲ ਦਾ ਰੂਪ ਦੇ ਦਿੱਤਾ, ਉਸ ਆਵਾਜ਼ ਨੂੰ, ਉਸ ਗੱਲ ਨੂੰ ਕੰਪਲੀਟ ਕੀਤਾ। ਔਰ ਬਾਈਬਲ ਕਹਿੰਦਾ ਇਹੀ ਗੱਲ ਜਿਹੜੀ ਆ ਪਰਮੇਸ਼ਵਰ ਨੂੰ ਭਾ ਗਈ, ਪਰਮੇਸ਼ਵਰ ਨੂੰ ਚੰਗੀ ਲੱਗੀ। ਔਰ ਬਾਈਬਲ ਕਹਿੰਦਾ ਇਸੇ ਕਾਰਨ ਕਰਕੇ, ਅਮਲ ਕਰਨ ਦੇ ਕਾਰਨ ਕਰਕੇ ਹੀ, ਗੱਲਾਂ ਦੇ ਉੱਪਰ ਪਰਮੇਸ਼ਵਰ ਦੀਆਂ ਗੱਲਾਂ ਨੂੰ ਮੰਨਣ ਦੇ ਕਾਰਨ ਹੀ ਉਹ ਪਰਮੇਸ਼ਵਰ ਦੀ ਨਜ਼ਰਾਂ ਦੇ ਵਿੱਚ ਮੁਬਾਰਕ ਠਹਿਰਾਇਆ, ਧਰਮੀ ਠਹਿਰਾਇਆ ਗਿਆ। ਔਰ ਕੀ ਲਿਖਿਆ ਆ ਅੱਗੇ? ਲਿਖਿਆ ਕਹਿੰਦਾ ਉਹ ਪਰਮੇਸ਼ਵਰ ਦਾ ਮਿੱਤਰ ਵੀ ਸਦਾਇਆ। ਕਹਿੰਦੇ ਤੁਸੀਂ ਵੇਖਦੇ ਹੋ ਭਈ ਮਨੁੱਖ ਨੀਰੀ ਨਿਸ਼ਚਾ ਦੇ ਨਾਲ ਨਹੀਂ ਸਗੋਂ ਅਮਲਾਂ ਦੇ ਨਾਲ ਧਰਮੀ ਠਹਿਰਾਇਆ ਜਾਂਦਾ, ਕੱਲੇ ਵਿਸ਼ਵਾਸ ਦੇ ਨਾਲ ਨਹੀਂ। ਕੱਲਾ ਵਿਸ਼ਵਾਸ ਮਤਲਬ ਵਚਨ ਦਾ ਬੀਜ ਜਿਹੜਾ ਕੰਡਿਆਲੀਆਂ ਵਾਲੀ ਜਗ੍ਹਾ ਦੇ ਉੱਪਰ ਗਿਰਿਆ, ਜਾਂ ਪਥਰੀਲੀ ਜ਼ਮੀਨ ਦੇ ਉੱਪਰ ਗਿਰਿਆ, ਜਾਂ ਰਾਸਤੇ ਦੇ ਉੱਪਰ ਗਿਰਿਆ, ਜਿਹੜਾ ਸਿਰਫ ਥੋੜੇ ਟਾਈਮ ਦੇ ਲਈ ਉੱਗਦਾ ਆ। ਅਗਰ ਅਸੀਂ ਕ੍ਰਿਸਚਨ ਆ, ਅਗਰ ਅਸੀਂ ਚਰਚ ਜਾ ਰਹੇ ਹਾਂ ਜਾਂ ਚਰਚ ਆ ਰਹੇ ਹਾਂ, ਜਾਂ ਆਤਮਕ ਭੈਣ ਭਰਾਵਾਂ ਦੇ ਨਾਲ ਸਾਡੀ ਸੰਗਤੀ ਹੈਗੀ ਆ, ਅਗਰ ਤੁਹਾਨੂੰ ਅਮਲ ਨਹੀਂ ਕਰ ਰਹੇ ਤੁਸੀਂ ਵਚਨ ਦੇ ਉੱਪਰ, ਵਚਨ ਨੂੰ ਕੰਪਲੀਟ ਨਹੀਂ ਕਰ ਰਹੇ, ਵਚਨ ਅਧੂਰਾ ਤੁਹਾਡੀ ਜ਼ਿੰਦਗੀ ਦੇ ਵਿੱਚ, ਅਗਰ ਅਮਲਾਂ ਦੇ ਬਾਝੋਂ ਤੁਸੀਂ ਸਿਰਫ ਵਿਸ਼ਵਾਸ ਦੇ ਵਿੱਚ, ਇਕੱਲਾ ਵਿਸ਼ਵਾਸ ਤੁਹਾਨੂੰ ਬਚਾ ਨਹੀਂ ਸਕਦਾ। ਇਕੱਲੇ ਵਿਸ਼ਵਾਸ ਦੇ ਨਾਲ ਤੁਸੀਂ ਬੰਧਨਾਂ ਨੂੰ ਤੋੜ ਨਹੀਂ ਸਕਦੇ। ਮੋਰ ਦੈਨ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਆ ਜਿਹੜੇ ਸਿਰਫ ਵਿਸ਼ਵਾਸ ਦੇ ਵਿੱਚ ਹੀ ਆ, ਹਲੇ ਉਹਨਾਂ ਨੇ ਆਪਣੇ ਵਿਸ਼ਵਾਸ ਦੇ ਨਾਲ ਅਮਲ ਨੂੰ ਅਟੈਚ ਨਹੀਂ ਕੀਤਾ, ਯਾਨੀ ਕਿ ਆਪਣੀ ਜ਼ਿੰਦਗੀ 'ਚ ਵਚਨ ਨੂੰ, ਪਰਮੇਸ਼ਰ ਦੀ ਗੱਲਾਂ ਨੂੰ ਅਮਲ ਦਾ ਰੂਪ ਨਹੀਂ ਦਿੱਤਾ ਪਿਆ ਆ। ਅਗਰ ਤੁਸੀਂ ਅੱਜ ਅਮਲ ਦਾ ਰੂਪ ਦੇ ਰਹੇ ਆਪਣੀ ਜ਼ਿੰਦਗੀਆਂ ਦੇ ਵਿੱਚ, ਤੇ ਤੁਸੀਂ ਤਰੱਕੀ ਦੇ ਵੱਲ ਨੂੰ ਜਾਓਗੇ, ਤੁਸੀਂ ਪਰਮੇਸ਼ਵਰ ਦੇ ਨਜ਼ਦੀਕ ਜਾਓਗੇ, ਤੁਸੀਂ ਧਰਮੀ ਠਹਿਰਾਏ ਜਾਓਗੇ, ਤੁਸੀਂ ਪਰਮੇਸ਼ਵਰ ਦੇ ਪੁੱਤਰ ਸਦਾਓਗੇ, ਔਰ ਤੁਸੀਂ ਪਰਮੇਸ਼ਵਰ ਦੀ ਨਜ਼ਰਾਂ 'ਚ ਮੁਬਾਰਕ ਠਹਿਰਾਓਗੇ। ਬੋਲੋ ਹਾਲੇਲੂਇਆ। ਅਗਰ ਤੁਹਾਡੇ ਵਿਸ਼ਵਾਸ ਦੇ ਨਾਲ ਅਮਲ ਜੁੜਦਾ ਹੈ, ਅਗਰ ਅਮਲ ਤੁਹਾਡੇ ਤੋਂ ਦੂਰ ਆ ਤੇ ਬਰਕਤਾਂ ਵੀ ਤੁਹਾਡੇ ਤੋਂ ਦੂਰ ਆ। ਇਹ ਮੇਨ ਰੀੜ ਦੀ ਹੱਡੀ ਹੈ, ਜਿਸ ਤਰ੍ਹਾਂ ਇਨਸਾਨ ਦੀ ਆ। ਜਿਸ ਤਰ੍ਹਾਂ ਇੱਕ ਇਨਸਾਨ ਦੇ ਲਈ, ਉਹਦੇ ਉੱਠਣ ਬੈਠਣ ਦੇ ਲਈ, ਦੌੜਨ ਭੱਜਣ ਦੇ ਲਈ ਰੀੜ ਦੀ ਹੱਡੀ ਦਾ ਬਹੁਤ ਜ਼ਿਆਦਾ ਇਸਤੇਮਾਲ ਹੁੰਦਾ ਹੈ, ਔਰ ਇਹ ਕਿੰਨੀ ਜ਼ਰੂਰੀ ਹੈ ਸਿਹਤਮੰਦ ਹੋਣਾ। ਔਰ ਉਸੇ ਰੀਤੀ ਦੇ ਨਾਲ ਕ੍ਰਿਸਚੈਨਿਟੀ ਦੇ ਵਿੱਚ ਵੀ ਅਗਰ ਤੁਸੀਂ ਅਮਲ ਨਹੀਂ ਕਰ ਰਹੇ, ਅਮਲ ਕਰਨ ਦਾ ਮਤਲਬ ਇੱਕ ਇਨਸਾਨ ਦੀ ਹਾਰਟ ਲਗਾ ਲਓ, ਅਗਰ ਹਾਰਟ ਰੁਕ ਗਿਆ ਤੇ ਬੰਦਾ ਡੈਡ ਆ। ਇੱਕ ਰੀੜ ਦੀ ਹੱਡੀ ਦੀ ਤਰ੍ਹਾਂ ਜਾਂ ਇੱਕ ਹਾਰਟ ਦੀ ਤਰ੍ਹਾਂ ਕੰਮ ਕਰੇਗੀ ਸਪਿਰਚੁਅਲ ਲਾਈਫ ਦੇ ਵਿੱਚ। ਅਗਰ ਤੁਸੀਂ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਮਲ ਦਾ ਰੂਪ ਦੇ ਰਹੇ, ਮਤਲਬ ਤੁਹਾਡੇ ਵਿਸ਼ਵਾਸ ਦੇ ਨਾਲ ਤੁਹਾਡਾ ਅਮਲ ਮਿਲ ਚੁੱਕਾ ਜਾਂ ਅਟੈਚ ਹੋ ਚੁੱਕਾ ਹੈ। ਹਾਲੇਲੂਇਆ। ਔਰ ਅੱਗੇ ਲਿਖਿਆ ਕਹਿੰਦਾ ਤੁਸੀਂ ਵੇਖਦੇ ਆ ਭਈ ਨੀਰੀ ਨਿਸ਼ਚਾ ਨਾਲ ਹੀ ਨਹੀਂ
ਸਗੋਂ ਅਮਲਾਂ ਦੇ ਨਾਲ ਜਿਹੜਾ ਮਨੁੱਖ ਆ ਉਹ ਧਰਮੀ ਠਹਿਰਦਾ ਆ। ਕਹਿੰਦਾ ਉਸੇ ਪ੍ਰਕਾਰ ਕਿ ਰਹਾਬ ਵੇਸਵਾ ਵੀ ਅਮਲਾਂ ਦੇ ਨਾਲ ਧਰਮੀ ਨਾ ਠਹਿਰਾਈ ਗਈ। ਇਹ ਉਹ ਔਰਤ ਆ ਜਿਹੜੀ ਯਹੋਸ਼ੂਆ ਦੇ ਟਾਈਮ ਦੇ ਉੱਪਰ ਸੀਗੀ, ਜਦੋਂ ਵਿਰੋਧੀ ਦੇਸ਼ ਦੇ ਉੱਪਰ ਕਬਜ਼ਾ ਕਰਨ ਦੇ ਲਈ ਚੱਲੇ ਸੀਗੇ। ਔਰ ਜਦੋਂ ਉਹਨਾਂ ਨੂੰ ਦੱਸਿਆ ਗਿਆ ਉਸ ਦੇਸ਼ ਦਾ ਰਿਪੋਰਟ ਕੱਢਣ ਦੇ ਲਈ ਜਾਂ ਉਹਦੀ ਸੂਹ ਲੈਣ ਦੇ ਲਈ ਭੇਜਿਆ ਗਿਆ। ਔਰ ਜਦੋਂ ਲੋਕਾਂ ਨੂੰ, ਉਸ ਪਿੰਡ ਦੇ ਜਾਂ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਕਰਕੇ ਇੱਥੇ ਲੋਕ ਪਹੁੰਚੇ ਆ ਸਾਡੇ ਦੇਸ਼ ਦੇ ਬਾਰੇ ਸੂਹ ਲੈਣ ਦੇ ਲਈ, ਜਾਸੂਸੀ ਕਰਨ ਦੇ ਲਈ, ਔਰ ਇਸ ਔਰਤ ਨੂੰ ਜਦੋਂ ਪਤਾ ਲੱਗ ਗਿਆ, ਕਿਉਂਕਿ ਇਹ ਜਾਣਦੀ ਸੀ ਪਰਮੇਸ਼ਵਰ ਦੀ ਕਿਰਪਾ ਨੂੰ, ਔਰ ਇਹ ਜਾਣਦੀ ਸੀ ਕਿ ਪਰਮੇਸ਼ਵਰ ਦੇ ਕੰਮਾਂ ਨੂੰ, ਰਹਾਬ ਵੇਸਵਾ, ਔਰ ਇਹਨੇ ਉਹਨਾਂ ਬੰਦਿਆਂ ਨੂੰ ਆਪਣੇ ਘਰ ਦੇ ਵਿੱਚ ਲੁਕੋਇਆ। ਜਦੋਂ ਉਹਦੇ ਹੀ ਸ਼ਹਿਰ ਦੇ ਲੋਕ ਉਹਨਾਂ ਲੋਕਾਂ ਨੂੰ ਜਿਹੜੇ ਸੂਹ ਲੈਣ ਦੇ ਲਈ ਆਏ ਹੋਏ ਸੀਗੇ, ਉਹਨਾਂ ਨੂੰ ਮਾਰਨ ਦੇ ਲਈ ਉਹ ਆਏ ਹੋਏ ਸੀਗੇ, ਔਰ ਇਸ ਔਰਤ ਨੇ ਉਹਨਾਂ ਨੂੰ ਪਨਾਹ ਦਿੱਤੀ ਸੀਗੀ ਔਰ ਪਿਛਲੇ ਰਾਸਤੇ ਥਾਣੀ ਇਹਨਾਂ ਨੂੰ ਭਜਾ ਦਿੱਤਾ ਸੀਗਾ, ਇਹਨਾਂ ਦੀ ਜਾਨ ਬਚਾ ਲਈ ਸੀ। ਔਰ ਇਹਨਾਂ ਦੇ ਕੋਲ ਇੱਕ ਵਾਅਦਾ ਲਿਆ ਸੀਗਾ ਕਿ ਜਦੋਂ ਤੁਸੀਂ ਇਸ ਦੇਸ਼ ਦੇ ਉੱਪਰ ਜਾਂ ਇਸ ਸ਼ਹਿਰ ਪਿੰਡ ਦੇ ਉੱਪਰ ਹੱਲਾ ਬੋਲਣਾ ਆ ਤੇ ਤੁਸੀਂ ਮੈਨੂੰ ਯਾਦ ਰੱਖਣਾ, ਮੇਰੇ ਤੇ ਤਰਸ ਖਾਣਾ। ਔਰ ਇਸੇ ਰੀਤੀ ਦੇ ਨਾਲ ਹੋਇਆ, ਜਦੋਂ ਉਹਨਾਂ ਨੇ ਹੱਲਾ ਬੋਲਿਆ, ਸਾਰੇ ਪਿੰਡ ਨੂੰ ਜਿੱਤ ਲਿਆ ਜਾਂ ਸ਼ਹਿਰ ਨੂੰ ਜਿੱਤ ਲਿਆ, ਲੋਕਾਂ ਨੂੰ ਬੰਦੀ ਬਣਾ ਲਿਆ ਜਾਂ ਮਾਰ ਦਿੱਤਾ। ਔਰ ਜਦੋਂ ਇਸ ਔਰਤ ਦੀ ਵਾਰੀ ਆਈ ਤੇ ਉਹਨਾਂ ਖੋਜ ਕੱਢਣ ਵਾਲਿਆਂ ਨੇ ਪਛਾਣ ਲਿਆ ਉਹਨੂੰ, ਔਰ ਫਿਰ ਆਖਿਆ, ਫਿਰ ਇਹਦੇ ਉੱਤੇ ਦਇਆ ਹੋਈ। ਹਾਲੇਲੂਇਆ। ਇਹ ਉਹ ਔਰਤ ਆ ਰਹਾਬ ਵੇਸਵਾ ਜਿਹੜੀ ਕਿ ਬਚਾਈ ਗਈ ਸੀ ਉਸ ਸਮੇਂ। ਲਿਖਿਆ ਕਿ ਜਦੋਂ ਉਹਨਾਂ ਨੇ ਹਲਕਾਰਿਆਂ ਨੂੰ ਘਰ ਉਤਾਰਿਆ ਔਰ ਉਹਨਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ। ਜੇਕਰ ਕਹਿੰਦਾ ਆਤਮਾ ਬਾਝੋਂ ਸਰੀਰ ਮੁਰਦਾ ਆ, ਤਿਵੇਂ ਹੀ ਕਹਿੰਦਾ ਅਮਲਾਂ ਦੇ ਬਾਝੋਂ ਤੁਹਾਡੀ ਨਿਸ਼ਚਾ ਵੀ ਮੁਰਦਾ ਆ। ਹੁਣ ਤੁਹਾਨੂੰ ਸਮਝ ਲੱਗਣਾ ਹੈ ਅੱਜ ਦਾ ਵਚਨ। ਕਹਿੰਦਾ ਜਿੱਦਾਂ ਆਤਮਾ ਦੇ ਬਾਝੋਂ ਸਰੀਰ ਮੁਰਦਾ ਆ, ਇਸੇ ਰੀਤੀ ਦੇ ਨਾਲ ਕਹਿੰਦਾ ਅਗਰ ਤੁਸੀਂ ਅਮਲ ਨਹੀਂ ਕਰਦੇ ਪਏ ਆ, ਤੁਹਾਡੀ ਨਿਸ਼ਚਾ ਮੁਰਦਾ ਹੈ। ਤੁਹਾਡਾ ਉੱਚੀ ਉੱਚੀ ਨਾਰੇ ਲਗਾਉਣਾ, ਉੱਚੀ ਉੱਚੀ ਦੁਆਵਾਂ ਕਰਨਾ, ਵੱਡੇ ਵੱਡੇ ਵਚਨ ਬੋਲਣਾ, ਸਭ ਬੇਕਾਰ ਆ। ਅਗਰ ਤੁਹਾਡੀ ਜ਼ਿੰਦਗੀ 'ਚ ਅਮਲ ਨਹੀਂ ਹੋ ਰਿਹਾ ਵਚਨ ਦੇ ਉੱਪਰ, ਅਗਰ ਤੁਹਾਡੀ ਜ਼ਿੰਦਗੀ ਦੇ ਵਿੱਚ ਵਚਨ ਵੀ ਪ੍ਰੈਕਟੀਕਲ ਨਹੀਂ ਹੋ ਰਿਹਾ ਹੈ। ਹਾਲੇਲੂਇਆ। ਕਿਉਂਕਿ ਜਿਸ ਦਿਨ ਇਹ ਪ੍ਰੈਕਟੀਕਲ ਹੋਣਾ ਸ਼ੁਰੂ ਹੋ ਗਿਆ, ਉਸੇ ਦਿਨ ਤੁਸੀਂ ਤਰੱਕੀ ਦੇ ਰਾਹ ਵੱਲ ਨੂੰ ਜਾਣਾ ਸ਼ੁਰੂ ਕਰ ਦੋਗੇ। ਬੋਲੋ ਹਾਲੇਲੂਇਆ। ਉਮੀਦ ਕਰਦੇ ਹਾਂ ਤੁਸੀਂ ਸਮਝ ਪਾਏ ਆ ਅੱਜ ਦੇ ਵਚਨ ਨੂੰ। ਕਹਿੰਦਾ ਸ਼ੁਰੂਆਤ ਆਤਮਾ ਤੋਂ ਕੀਤੀ ਤੇ ਕਹਿੰਦਾ ਸਮਾਪਤ ਕਹਿੰਦਾ ਸਰੀਰ ਦੇ ਉੱਪਰ ਕਰਾਂਗੇ। ਜੇ ਸਰੀਰ ਦੇ ਉੱਪਰ ਕਰਾਂਗੇ ਤਾਂ ਨਰਕ ਦੇ ਵਿੱਚ ਜਾਵਾਂਗੇ। ਜੇ ਅਸੀਂ ਆਤਮਾ ਦੇ ਦੁਆਰਾ ਸ਼ੁਰੂਆਤ ਕੀਤੀ ਆ, ਕਿਉਂਕਿ ਕੋਈ ਵੀ ਕ੍ਰਿਸਚੀਅਨਿਟੀ ਦੇ ਵਿੱਚ ਸਰੀਰ ਦੇ ਦੁਆਰਾ ਸ਼ੁਰੂਆਤ ਨਹੀਂ ਕਰਦਾ, ਕਿਉਂਕਿ ਬਾਈਬਲ ਅਲਾਉ ਹੀ ਨਹੀਂ ਕਰਦਾ। ਔਰ ਨਾ ਹੀ ਪਰਮੇਸ਼ਵਰ ਇਸ ਤਰ੍ਹਾਂ ਦੇ ਬੰਦੇ ਨੂੰ ਕਿਸੇ ਨੂੰ ਚੁਣਦਾ, ਜਾਂ ਨਾ ਹੀ ਆਪਣੇ ਕੋਲ ਖੁਦਾ ਲੈ ਕੇ ਆਉਂਦਾ ਉਹਨੂੰ ਜਿਹੜਾ ਸਰੀਰ ਦੇ ਅਨੁਸਾਰ ਚੱਲਦਾ। ਕਿਉਂਕਿ ਪਰਮੇਸ਼ਵਰ ਹਮੇਸ਼ਾ ਹੀ ਬੰਦੇ ਨੂੰ ਆਤਮਿਕ ਬਣਾ ਕੇ ਹੀ ਆਪਣੇ ਕੋਲ ਖਿੱਚਦਾ, ਆਪਣੇ ਕੋਲ ਲੈ ਕੇ ਆਉਂਦਾ ਹੈ। ਜੇ ਸਾਡੀ ਸ਼ੁਰੂਆਤ ਆਤਮਾ ਦੇ ਵਿੱਚ ਹੋਈ ਆ ਤੇ ਸਾਡਾ ਜਿਹੜਾ ਮਿਡਲ ਹੈ ਉਹ ਵੀ ਆਤਮਾ ਦੇ ਵਿੱਚ ਹੋਣਾ ਚਾਹੀਦਾ, ਔਰ ਸਾਡਾ ਐਂਡ ਵੀ ਆਤਮਾ ਦੇ ਵਿੱਚ ਹੋਣਾ ਚਾਹੀਦਾ। ਬੋਲੋ ਹਾਲੇਲੂਇਆ। ਇਸ ਲਈ ਬਾਈਬਲ ਕਹਿੰਦਾ ਜਿਹੜਾ ਮਸੀਹ ਦੇ ਵਿੱਚ ਆ ਉਹ ਮਰਦਾ ਨਹੀਂ, ਉਹ ਸੌਂਦਾ ਹੈ। ਹਾਲੇਲੂਇਆ। ਉਹੀ ਲੋਕ ਆ ਜਿਹੜੇ ਆਤਮਾ ਦੇ ਦੁਆਰਾ ਚੱਲਦੇ ਆ, ਔਰ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਵਿਸ਼ਵਾਸ ਦੇ ਨਾਲ ਅਮਲ ਨੂੰ ਅਟੈਚ ਕੀਤਾ। ਕਿ ਬਾਈਬਲ ਦੇ ਵਿੱਚ ਲਿਖਿਆ ਤੂੰ ਝੂਠ ਨਾ ਬੋਲ, ਤੂੰ ਠੱਗੀ ਨਾ ਕਰ, ਤੂੰ ਚੋਰੀ ਨਾ ਕਰ। ਅਗਰ ਇਹਨਾਂ ਗੱਲਾਂ ਨੂੰ ਅਸੀਂ ਅਪਲਾਈ ਕਰ ਰਹੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ, ਮੰਨ ਰਹੇ ਹਾਂ, ਮਤਲਬ ਸਾਡੇ ਵਿਸ਼ਵਾਸ ਦੇ ਨਾਲ ਅਮਲ ਮਿਲ ਚੁੱਕਾ। ਔਰ ਜਿਸ ਦਿਨ ਇਹ ਹੋਣਾ ਨਾ, ਯਾਦ ਰੱਖਣਾ ਮੇਰੀ ਗੱਲ ਨੂੰ, ਬਲਾਸਟ ਹੋਏਗਾ ਤੁਹਾਡੀ ਜ਼ਿੰਦਗੀ 'ਚ ਸਪਿਰਿਚੁਅਲਿਟੀ ਦਾ। ਤੁਸੀਂ ਤਰੱਕੀ ਕਰੋਗੇ, ਯਕਦਮ ਤੁਸੀਂ ਤਰੱਕੀ ਕਰੋਗੇ। ਤੁਹਾਡੀ ਪ੍ਰੇਅਰ ਲਾਈਫ ਦੇ ਵਿੱਚ ਚੇਂਜਸ ਆਉਣਗੀਆਂ, ਤੁਹਾਡੀ ਸਪਿਰਿਚੁਅਲ ਲਾਈਫ ਜਿਹੜੀ ਆ ਉਹ ਬਦਲ ਜਾਏਗੀ ਪ੍ਰੋਪਰ ਰੀਤੀ ਦੇ ਨਾਲ, ਜਿਸ ਦਿਨ ਤੁਹਾਡੀ ਨਿਸ਼ਚਾ ਤੁਹਾਡੇ ਅਮਲ ਦੇ ਨਾਲ ਅਟੈਚ ਹੋਗੀ। ਔਰ ਸ਼ੈਤਾਨ ਨਹੀਂ ਚਾਹੁੰਦਾ ਅਟੈਚ ਹੋਵੇ, ਕਿਉਂਕਿ ਅਗਰ ਤੁਹਾਡਾ ਜਿਹੜਾ ਨਿਸ਼ਚਾ ਆ ਅਮਲ ਦੇ ਨਾਲ ਅਟੈਚ ਨਹੀਂ ਹੋ ਰਹੀ, ਤੇ ਤੁਹਾਡੇ ਵਿੱਚ ਔਰ ਸ਼ੈਤਾਨ ਦੇ ਵਿੱਚ ਕੋਈ ਫਰਕ ਨਹੀਂ ਆ। ਮਾਫ ਕਰਨਾ, ਪਰ ਗੱਲ ਸੱਚੀ ਆ। ਕਿਉਂਕਿ ਸ਼ੈਤਾਨ ਵੀ ਇਕੱਲਾ ਹੀ ਵਿਸ਼ਵਾਸ ਕਰਦਾ ਕਿ ਹਾਂ ਉਹ ਪਰਮੇਸ਼ਵਰ ਹੈ, ਔਰ ਅਸੀਂ ਵੀ ਇਹ ਵਿਸ਼ਵਾਸ ਕਰਦੇ ਕਿ ਹਾਂ ਉਹ ਪਰਮੇਸ਼ਵਰ ਹੈ। ਸ਼ੈਤਾਨ ਵੀ ਇਹ ਵਿਸ਼ਵਾਸ ਕਰਦਾ ਕਿ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ, ਔਰ ਅਸੀਂ ਵੀ ਵਿਸ਼ਵਾਸ ਕਰਦੇ ਕਿ ਯਿਸੂ ਮਸੀਹ ਮੁਰਦਿਆਂ ਦੇ ਵਿੱਚੋਂ ਜੀ ਉੱਠੇ। ਬਸ ਸ਼ੈਤਾਨ ਵਚਨ ਦੇ ਉੱਪਰ ਅਮਲ ਨਹੀਂ ਕਰਦਾ। ਉਹਨੂੰ ਵਚਨ ਸਾਰਾ ਹੀ ਪਤਾ, ਸ਼ੈਤਾਨ ਨੂੰ ਵਚਨ ਸਾਰਾ ਹੀ ਪਤਾ ਹੈ, ਬਸ ਉਹ ਅਮਲ ਨਹੀਂ ਕਰਦਾ। ਔਰ ਅਗਰ ਅਸੀਂ ਵੀ ਇਹਦੇ ਉੱਪਰ ਅਮਲ ਨਹੀਂ ਕਰਦੇ
ਤੇ ਸਾਡੇ ਵਿੱਚ ਔਰ ਸ਼ੈਤਾਨ ਦੇ ਵਿੱਚ ਕੋਈ ਵੀ ਫਰਕ ਨਹੀਂ ਆ। ਸਾਡੀ ਜਿਹੜੀ ਸਾਂਝ ਉਹ ਸ਼ੈਤਾਨ ਦੇ ਨਾਲ ਹੋਈ ਆ। ਕਿਉਂ? ਕਿਉਂਕਿ ਉਹ ਵੀ ਇਕੱਲਾ ਵਿਸ਼ਵਾਸ ਕਰਦਾ, ਅਸੀਂ ਵੀ ਇਕੱਲੇ ਵਿਸ਼ਵਾਸ ਕਰਦੇ। ਤੁਸੀਂ ਵਚਨ ਦੇ ਉੱਪਰ, ਬਾਈਬਲ ਦੇ ਉੱਪਰ, ਪਰਮੇਸ਼ਵਰ ਦੀ ਗੱਲਾਂ ਦੇ ਉੱਪਰ ਅਮਲ ਕਰਕੇ ਇਸ ਲੈਵਲ ਤੋਂ ਪਾਰ ਲੰਘਣਾ ਹੈ। ਪਾਰ ਲੰਘਣਾ ਹੈ ਤੁਸੀਂ, ਨਹੀਂ ਤਾਂ ਤੁਹਾਡੀ ਜਿਹੜੀ ਗਿਣਤੀ ਆ ਕਿਸ ਕੈਟਾਗਰੀ ਦੇ ਵਿੱਚ ਹੋਣੀ ਆ? ਈਵਲ ਸਪਿਰਿਟ ਵਾਲੀ। ਕਿਉਂਕਿ ਸ਼ੈਤਾਨ ਵੀ ਇਕੱਲਾ ਵਿਸ਼ਵਾਸ ਕਰਦਾ, ਤੁਸੀਂ ਵੀ ਇਕੱਲੇ ਵਿਸ਼ਵਾਸ ਕਰਦੇ। ਤੁਸੀਂ ਅਮਲ ਕਰਕੇ ਇਸ ਕੈਟਾਗਰੀ ਤੋਂ ਅਪ ਹੋਣਾ ਆ। ਤੁਸੀਂ ਚੇਂਜ ਕਰਨਾ ਆਪਣੀ ਜ਼ਿੰਦਗੀ ਦੇ ਵਿੱਚ। ਅੱਜ ਤੋਂ ਬਾਅਦ ਵੱਡਾ ਬਦਲਾਵ ਲੈ ਕੇ ਆਉਣਾ ਹੈ। ਤੁਹਾਡੀ ਸਾਂਝ ਸ਼ੈਤਾਨ ਦੇ ਨਾਲ ਹੋ ਜਾਂਦੀ ਆ ਅਗਰ ਤੁਸੀਂ ਅਮਲ ਨਹੀਂ ਕਰਦੇ, ਕਿਉਂਕਿ ਉਹ ਪੂਰਾ ਪ੍ਰੈਸ਼ਰ ਪਾਉਂਦਾ ਫਿਰ ਤੁਹਾਨੂੰ ਗਿਰਾਉਣ ਦੇ ਲਈ, ਔਰ ਤੁਸੀਂ ਗਿਰ ਵੀ ਜਾਂਦੇ ਆ। ਫਿਰ ਸ਼ੈਤਾਨ ਪੂਰਾ ਪ੍ਰੈਸ਼ਰ ਪਾਉਂਦਾ ਆ ਤੁਹਾਨੂੰ ਗੁੰਮਰਾਹ ਕਰਨ ਦੇ ਲਈ, ਔਰ ਤੁਸੀਂ ਗੁੰਮਰਾਹ ਹੋ ਵੀ ਜਾਂਦੇ ਆ। ਫਿਰ ਸ਼ੈਤਾਨ ਤੁਹਾਡੀ ਲੱਤ ਖਿੱਚਦਾ ਆ ਤੁਹਾਨੂੰ ਤਰੱਕੀ ਨਾ ਕਰਨ ਦੇ ਲਈ, ਔਰ ਤੁਹਾਡੀ ਲੱਤ ਵੀ ਖਿੱਚੀ ਜਾਂਦੀ। ਕਿਉਂ? ਕਿਉਂਕਿ ਤੁਸੀਂ ਸੇਮ ਕੈਟਾਗਰੀ ਦੇ ਆ। ਕਿਉਂਕਿ ਅਗਰ ਦੋ ਕਾਰਾਂ ਦੀ ਰੇਸ ਲਗਾਈ ਜਾਵੇ ਔਰ 60-60 ਦੀ ਸਪੀਡ ਰੱਖੀ ਜਾਈਏ ਦੋਨਾਂ ਦੀ, ਤੇ ਕੋਈ ਵੀ ਨਹੀਂ ਜਿੱਤ ਪਾਏਗਾ, ਕਿਉਂਕਿ ਸਪੀਡ ਸੇਮ ਆ। ਸਪੀਡ ਵਧਾਉਣੇ ਪੈਣੀ ਹੈ ਇੱਕ ਦੀ, ਫਿਰ ਉਹ ਜਿੱਤ ਪਾਏਗਾ, ਫਿਰ ਉਹ ਵਿਨਰ ਹੋਏਗਾ। ਔਰ ਸਾਡਾ ਵੀ ਸੇਮ ਇਸ ਰੀਤੀ ਦੇ ਨਾਲ ਹੀ ਆ। ਸ਼ੈਤਾਨ ਵੀ ਇਕੱਲਾ ਵਿਸ਼ਵਾਸ ਕਰਦਾ ਔਰ ਅਸੀਂ ਵੀ ਇਕੱਲੇ ਵਿਸ਼ਵਾਸ ਕਰਦੇ ਹਾਂ, ਪਰ ਬਾਈਬਲ ਸਾਨੂੰ ਅਮਲ ਕਰਨ ਦੇ ਲਈ ਕਹਿੰਦਾ। ਕਿਉਂ? ਕਿਉਂਕਿ ਸ਼ੈਤਾਨ ਅਮਲ ਨਹੀਂ ਕਰਦਾ। ਹਾਲੇਲੂਇਆ। ਉਮੀਦ ਕਰਦਾ ਤੁਸੀਂ ਸਮਝ ਪਾ ਰਹੇ ਆ ਵਚਨ, ਔਰ ਇਹਨੂੰ ਸਮਝਣਾ ਹੀ ਬਹੁਤ ਜ਼ਰੂਰੀ ਆ। ਇੱਕ ਇਨਸਾਨ ਦੇ ਲਈ ਵਚਨ ਨੂੰ ਸਮਝਣਾ ਬਹੁਤ ਜ਼ਰੂਰੀ ਆ। ਅਗਰ ਤੁਸੀਂ ਅੱਜ ਦੇ ਵਚਨ ਨੂੰ ਸਮਝ ਪਾ ਰਹੇ ਆ ਤੇ ਤੁਸੀਂ ਇਟ ਮੀਨਸ ਕਿ ਤਰੱਕੀ ਦੇ ਰਾਹ ਵੱਲ ਨੂੰ ਜਾ ਰਹੇ ਆ। ਹਾਲੇਲੂਇਆ। ਤਰੱਕੀ ਦੇ ਰਾਹ ਵੱਲ ਨੂੰ ਜਾ ਰਹੇ ਹੋ, ਔਰ ਤਰੱਕੀ ਦੇ ਰਾਹ ਵੱਲ ਨੂੰ ਹੀ ਜਾਓਗੇ ਤੁਸੀਂ ਜਦੋਂ ਇਹਨਾਂ ਗੱਲਾਂ ਨੂੰ ਯਾਦ ਰੱਖੋਗੇ। ਬਾਈਬਲ ਦੇ ਅੰਦਰ 2-3 ਵਰਡ ਨਹੀਂ ਆ, 2-3 ਸ਼ਬਦ ਨਹੀਂ ਆ ਜਿਨ੍ਹਾਂ ਦੇ ਉੱਪਰ ਅਸੀਂ ਅਮਲ ਕਰਨਾ ਹੈ। ਪੂਰਾ ਬਾਈਬਲ ਜਿਹਦੇ ਉੱਪਰ ਅਸੀਂ ਅਮਲ ਕਰਨਾ, ਮਤਲਬ ਇਹਦੇ ਅਨੁਸਾਰ ਚੱਲਣਾ। ਜਦੋਂ ਤੁਸੀਂ ਇਹਦੇ ਅਨੁਸਾਰ ਚੱਲਣਾ ਸ਼ੁਰੂ ਕਰ ਦਿੱਤਾ, ਇਟ ਮੀਨਸ ਤੁਸੀਂ ਅਮਲ ਕਰਨਾ ਸ਼ੁਰੂ ਕਰ ਦਿੱਤਾ। ਝੂਠ ਨਾ ਬੋਲ, ਪੜ੍ਹ ਲਿਆ, ਦੈਟਸ ਇਟ। ਫਿਰ ਵੀ ਝੂਠ ਬੋਲ ਰਹੇ, ਇਹਦਾ ਮਤਲਬ ਪੜ੍ਹਿਆ ਹੀ ਆ। ਮਤਲਬ ਸ਼ੈਤਾਨ ਦੇ ਅੰਗ ਸਾਡੇ ਅੰਦਰ ਕੰਮ ਕਰ ਰਹੇ। ਬੁਰਾ ਨਾ ਦੇਖ, ਅਸੀਂ ਅੱਜ ਵੀ ਦੇਖ ਰਹੇ ਹਾਂ। ਇਟ ਮੀਨਸ ਸ਼ੈਤਾਨ ਦੇ ਅੰਗ ਜਿਹੜੇ ਆ ਉਹ ਸਾਡੀ ਜ਼ਿੰਦਗੀ 'ਚ ਜੀਵਤ ਆ। ਇਹਨਾਂ ਨੂੰ ਮਾਰਨਾ ਪੈਣਾ। ਬਾਈਬਲ ਕਹਿੰਦਾ ਸਰੀਰ ਦੇ ਕੰਮਾਂ ਨੂੰ ਜਾਂ ਸਰੀਰਕ ਅਭਿਲਾਸ਼ਾਵਾਂ ਨੂੰ ਮਾਰੋ। ਕਿੱਦਾਂ? ਆਤਮਾ ਦੇ ਦੁਆਰਾ। ਆਤਮਕ ਹੋ ਕੇ ਅਸੀਂ ਅਮਲਾਂ ਦੇ ਨਾਲ ਅਸੀਂ ਇਹਨਾਂ ਗੱਲਾਂ ਨੂੰ ਮਾਰ ਸਕਦੇ ਹਾਂ। ਜਦੋਂ ਅਸੀਂ ਵੀ ਪ੍ਰੈਕਟੀਕਲ ਕਰਨਾ ਸ਼ੁਰੂ ਕੀਤਾ ਵਚਨ, ਫਿਰ ਅਸੀਂ ਸਰੀਰਕ ਅਭਿਲਾਸ਼ਾਵਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਸਕਦੇ ਹਾਂ। ਫਿਰ ਅਸੀਂ ਸ਼ੈਤਾਨ ਦੀਆਂ ਕੰਮਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਸਕਦੇ ਹਾਂ। ਫਿਰ ਡਿਵਾਈਨ ਹੈਲਪਰ ਸਾਡੇ ਲਈ ਆਉਣਗੇ। ਕਦੋਂ? ਜਦੋਂ ਅਸੀਂ ਥੋੜਾ ਚੇਂਜ ਹੋਏ, ਥੋੜਾ ਅਲੱਗ ਹੋਏ। ਜਦੋਂ ਅਸੀਂ ਪ੍ਰੈਕਟੀਕਲ ਕਰਨਾ ਸ਼ੁਰੂ ਕੀਤਾ, ਵਚਨ ਅਮਲ ਦਾ ਰੂਪ ਦੇਣਾ ਸ਼ੁਰੂ ਕੀਤਾ ਕਿ ਤੂੰ ਬੁਰਾ ਨਾ ਸੁਣ। ਜਦੋਂ ਬੁਰਾ ਨਹੀਂ ਸੁਣਨਾ ਸ਼ੁਰੂ ਕੀਤਾ ਤੁਸੀਂ, ਜਾਂ ਬੰਦ ਕਰ ਦਿੱਤਾ ਸੁਣਨਾ, ਇਟ ਮੀਨਸ ਤੁਸੀਂ ਅਮਲ ਕਰਨਾ ਸ਼ੁਰੂ ਕਰ ਦਿੱਤਾ ਵਚਨ ਦੇ ਉੱਪਰ। ਬਾਈਬਲ ਕਹਿੰਦਾ ਆਪਣੇ ਮਾਤਾ ਪਿਤਾ ਦਾ ਆਦਰ ਕਰ, ਔਰ ਉਸੇ ਟਾਈਮ ਤੁਸੀਂ ਆਦਰ ਕਰਨਾ ਸ਼ੁਰੂ ਕਰ ਦਿੱਤਾ। ਇਟ ਮੀਨਸ ਤੁਸੀਂ ਵਚਨ ਦੇ ਉੱਪਰ ਅਮਲ ਕਰਨ ਵਾਲੇ ਆ, ਔਰ ਅਮਲ ਕਰਨ ਵਾਲਾ ਬੰਦਾ ਹੀ ਪਰਮੇਸ਼ਵਰ ਦਾ ਪੁੱਤਰ ਕਹਿਲਾਉਂਦਾ ਹੈ। ਹਾਲੇਲੂਇਆ। ਯਿਸੂ ਮਸੀਹ ਅਗਰ ਚਾਹੁੰਦੇ ਤੇ ਪਿਆਲਾ ਕੈਂਸਲ ਵੀ ਕਰ ਸਕਦੇ ਸੀਗੇ, ਚੇਂਜ ਵੀ ਕਰ ਸਕਦੇ ਸੀਗੇ, ਪਰ ਨਹੀਂ, ਉਹਨਾਂ ਨੇ ਪਿਤਾ ਦੀ ਗੱਲ ਨੂੰ ਮੰਨਿਆ, ਅਮਲ ਦਾ ਰੂਪ ਦਿੱਤਾ। ਜੋ ਪਿਤਾ ਨੇ ਕਿਹਾ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿੱਦਾਂ ਹੋਣਾ ਚਾਹੀਦਾ, ਔਰ ਉਹਨਾਂ ਨੇ ਉੱਦਾਂ ਹੀ ਹੋਣ ਦਿੱਤਾ। ਕਹਿੰਦੇ ਪਿਤਾ ਤੇਰੀ ਮਰਜ਼ੀ ਪੂਰੀ ਹੋਵੇ, ਅਮਲ ਦਾ ਰੂਪ ਦਿੱਤਾ। ਹਾਲੇਲੂਇਆ। ਅੱਜ ਅਸੀਂ ਕਹਿੰਦੇ ਹਾਂ ਕਿ ਸਾਡੀ ਜ਼ਿੰਦਗੀ ਜਿਹੜੀ ਆ ਸਾਡੇ ਕਹਿਣੇ ਅਨੁਸਾਰ ਚੱਲਣੀ ਚਾਹੀਦੀ, ਜਾਂ ਸਾਡੀ ਆਪਣੀ ਸੋਚ ਦੇ ਅਨੁਸਾਰ ਚੱਲਣੀ ਚਾਹੀਦੀ ਹੈ, ਪਰ ਨਹੀਂ, ਬਾਈਬਲ ਦੇ ਅਨੁਸਾਰ, ਪਰਮੇਸ਼ਵਰ ਦੇ ਅਨੁਸਾਰ ਸਾਡੀ ਜਿਹੜੀ ਜ਼ਿੰਦਗੀ ਆ ਖੁਦਾ ਦੇ ਚਲਾਈ ਚੱਲਣੀ ਚਾਹੀਦੀ ਹੈ। ਕਦੀ ਵੀ ਨਹੀਂ ਗਿਰਾਂਗੇ, ਕਦੀ ਵੀ ਨਹੀਂ ਕਮਜ਼ੋਰ ਪਾਵਾਂਗੇ, ਕਦੀ ਵੀ ਸ਼ੈਤਾਨ ਦੀ ਚਾਲ 'ਚ ਨਹੀਂ ਫਸਾਂਗੇ। ਕਿਉਂ? ਕਿਉਂਕਿ ਸਾਨੂੰ ਨਹੀਂ ਪਤਾ ਕੱਲ ਸਾਡੇ ਨਾਲ ਕੀ ਹੋਣਾ, ਪਰ ਪਰਮੇਸ਼ਵਰ ਨੂੰ ਪਤਾ। ਔਰ ਜਿਹਨੂੰ ਪਤਾ ਹੈ ਕੱਲ ਦੇ ਬਾਰੇ, ਉਹ ਸਾਨੂੰ ਬਚਾਅ ਦਾ ਧਿਆਨ ਰੱਖੇਗਾ, ਔਰ ਸਾਨੂੰ ਬਚਾਅ ਦੇ ਲਈ ਇੰਤਜ਼ਾਮ ਵੀ ਕਰੇਗਾ। ਕਿਉਂਕਿ ਸਾਨੂੰ ਨਹੀਂ ਪਤਾ ਕੱਲ ਸਾਡੇ ਨਾਲ ਕੀ ਹੋਣਾ, ਸਾਡਾ ਬਚਾਅ ਕਿੱਦਾਂ ਹੋਣਾ, ਪਰ ਪਰਮੇਸ਼ਵਰ ਨੂੰ ਪਤਾ। ਇਸੇ ਲਈ ਆਪਣੀ ਜ਼ਿੰਦਗੀ ਦੀ ਡੋਰ ਜਿਹੜੀ ਆ ਖੁਦਾਵੰਦ ਦੇ ਹੱਥਾਂ ਦੇ ਵਿੱਚ ਦਈਏ। ਔਰ ਫਿਰ ਤੋਂ ਇੱਕ ਮਹੱਤਵਪੂਰਨ ਗੱਲ ਕਿ ਜਿਹੜੀ ਕਿ ਨਿਸ਼ਚਾ ਦੇ ਨਾਲ ਤੁਹਾਡਾ ਜਿਹੜਾ ਅਮਲ ਆ ਅਟੈਚ ਹੋਣਾ ਚਾਹੀਦਾ, ਵੀ ਪ੍ਰੈਕਟੀਕਲ ਹੋਣਾ ਚਾਹੀਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਵਚਨ। ਤਾਂ ਹੀ ਤੁਸੀਂ ਤਰੱਕੀ ਕਰ ਪਾਓਗੇ, ਤਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਨਵੇਂ ਮੁਕਾਸ਼ਵੇ ਹੋਣੇ, ਨਵਾਂ ਐਕਸਪੀਰੀਅੰਸ ਤੁਸੀਂ ਲਓਗੇ। ਅੱਜ ਤੋਂ ਬਾਅਦ ਤੁਸੀਂ ਵਚਨ ਦੇ ਉੱਪਰ ਅਮਲ ਕਰਨ ਵਾਲੇ ਬਣੋ। ਇਹੀ ਸਾਡੀ ਲੜਾਈ ਆ।
ਗਾਲ ਕੱਢਣ ਵਾਲਾ ਕਹਿੰਦਾ ਮੇਰੇ ਕੋਲ ਛੱਡ ਨਹੀਂ ਹੁੰਦੀ, ਫਿਰ ਲੜਾਈ ਕਾਹਦੀ ਆ? ਫਿਰ ਅਸੀਂ ਜਿੱਤਾਂਗੇ ਕਿੱਦਾਂ? ਇਹੀ ਤਾਂ ਲੜਾਈ ਆ ਸਾਡੀ। ਇਹੀ ਸਾਨੂੰ ਕੰਮ ਮਿਲਿਆ ਆ। ਜਦੋਂ ਖੁਦਾ ਨੇ ਸਾਨੂੰ ਚੁਣਿਆ ਆ, ਸਾਨੂੰ ਕੰਮ ਦੇ ਦਿੱਤਾ ਆ। ਕੀ ਕੰਮ ਦਿੱਤਾ? ਇਹੀ ਕੰਮ ਆ। ਜੇ ਬੁਰਾ ਦੇਖ ਨਹੀਂ ਹੁੰਦਾ ਤੇ ਇਹਨੂੰ ਛੱਡਣਾ ਆ। ਜੇ ਬੁਰਾ ਬੋਲਣ ਤੇ ਕੰਟਰੋਲ ਨਹੀਂ ਆ ਤੇ ਕੰਟਰੋਲ ਕਰਨਾ ਆ। ਜੇ ਲੜਾਈ ਤੇ ਕੰਟਰੋਲ ਨਹੀਂ ਆ ਤੇ ਅਸੀਂ ਕਰਨਾ ਆ। ਇਹ ਲੜਾਈ ਆ ਸਾਡੀ। ਹਾਲੇਲੂਇਆ। ਇਹਨੂੰ ਹੀ ਅਸੀਂ ਅਮਲ ਦਾ ਰੂਪ ਦੇਣਾ ਹੈ ਜਦੋਂ ਅਸੀਂ ਇਹਨੂੰ ਫੋਲੋ ਕਰਨਾ, ਮਤਲਬ ਕੰਪਲੀਟ ਕਰਨਾ। ਯਿਸੂ ਮਸੀਹ ਦੇ ਪਿੱਛੇ ਤੁਰਨਾ ਮਤਲਬ ਵਚਨ ਦੇ ਅਨੁਸਾਰ ਚੱਲਣਾ, ਅਮਲ ਕਰਨਾ। ਜੋ ਮੈਨੂੰ ਪਿਆਰ ਕਰਦਾ ਮੇਰੇ ਵਚਨ ਦੀ ਪਾਲਣਾ ਕਰਦਾ, ਮੇਰੇ ਵਚਨ ਦੇ ਅਨੁਸਾਰ ਚੱਲਦਾ ਹੈ। ਯਾਨੀ ਕਿ ਨਿਸ਼ਚਾ ਦੇ ਨਾਲ ਅਮਲ ਨੂੰ ਜੋੜ ਕੇ ਚੱਲਦਾ। ਕੱਲੀ ਨਿਸ਼ਚਾ ਲੈ ਕੇ ਚੱਲੋਗੇ, ਸ਼ੈਤਾਨ ਕਦੀ ਵੀ ਤੁਹਾਨੂੰ ਗਿਰਾ ਦੇਗਾ, ਕਦੀ ਵੀ ਉਹ ਤੁਹਾਨੂੰ ਫਸਾ ਦੇਗਾ। ਪਰ ਅਗਰ ਤੁਸੀਂ ਅਮਲ ਦੇ ਨਾਲ ਚੱਲਦੇ ਪਏ, ਡੈਫੀਨੇਟਲੀ ਕਦੀ ਨਹੀਂ ਡਿੱਗ ਪਾਉਂਗੇ। ਯਾਦ ਰੱਖਣਾ ਮੇਰੀ ਗੱਲ ਨੂੰ, ਕਦੀ ਵੀ ਨਹੀਂ ਸ਼ੈਤਾਨ ਤੁਹਾਨੂੰ ਗਿਰਾ ਪਾਏਗਾ। ਉਸ ਚਟਾਨ ਦੇ ਉੱਪਰ ਤੁਹਾਡਾ ਘਰ ਹੋਏਗਾ ਜਿਹਨੂੰ ਧੱਕਾ ਲੱਗਾ ਪਰ ਉਹ ਗਿਰਿਆ ਨਹੀਂ। ਹਾਲੇਲੂਇਆ। ਤੁਹਾਡਾ ਆਤਮਿਕ ਘਰ ਇਸ ਰੀਤੀ ਨਾਲ ਉਸਾਰਿਆ ਜਾਏਗਾ ਜਦੋਂ ਤੁਸੀਂ ਅਮਲ ਕਰਨਾ ਸ਼ੁਰੂ ਕੀਤਾ। ਨਿਸ਼ਚਾ ਦੇ ਨਾਲ ਅਮਲ ਤੁਹਾਡੇ ਅਟੈਚ ਹੋ ਗਿਆ ਤੇ ਸ਼ੈਤਾਨ ਜਿੰਨੇ ਮਰਜ਼ੀ ਹੁੱਜ ਕੇ ਲਗਾ ਦੇਵੇ, ਜਿੰਨੇ ਮਰਜ਼ੀ ਤੁਹਾਨੂੰ ਧੱਕੇ ਮਾਰ ਦੇਵੇ, ਪਰ ਤੁਸੀਂ ਗਿਰੋਗੇ ਨਹੀਂ। ਤੁਹਾਡੀਆਂ ਬਰਕਤਾਂ ਗਿਰਨਗੀਆਂ ਨਹੀਂ, ਤੁਹਾਡੀਆਂ ਆਸ਼ੀਸ਼ਾਂ ਗਿਰਨਗੀਆਂ ਨਹੀਂ। ਤੁਹਾਡਾ ਜਿਹੜਾ ਅਭਿਸ਼ੇਕ ਆ ਖਰਾਬ ਨਹੀਂ ਹੋਏਗਾ। ਤੁਹਾਡੀ ਮਿਹਨਤ ਮਹੀਨਿਆਂ ਦੀ, ਸਾਲਾਂ ਦੀ ਸ਼ੈਤਾਨ ਖਰਾਬ ਨਹੀਂ ਕਰੇਗਾ। ਯਿਸੂ ਮਸੀਹ ਦੇ ਨਾਮ 'ਚ ਬੋਲੋ ਆਮੀਨ। ਅੱਜ ਤੋਂ ਬਾਅਦ ਅਮਲ ਕਰਨਾ ਸ਼ੁਰੂ ਕਰੋ। ਆਈਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ। ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨਾ ਚਾਹੁੰਦਾ ਅੱਜ ਦੇ ਵਚਨ ਦੇ ਲਈ। ਸਭ ਪ੍ਰਾਰਥਨਾ ਕਰੀਏ ਜਿਨ੍ਹਾਂ ਨੇ ਵਚਨ ਨੂੰ ਸੁਣਿਆ ਆ, ਔਰ ਪ੍ਰਾਰਥਨਾ ਕਰੀਏ ਕਿ ਇਹਦੇ ਉੱਪਰ ਅਮਲ ਕਰਨ ਵਾਲੇ ਬਣੀਏ। ਪਰਮੇਸ਼ਵਰ ਦੇ ਕੋਲੋਂ ਬਲ ਮੰਗੀਏ ਕਿ ਪਰਮੇਸ਼ਵਰ ਮੈਨੂੰ ਅਮਲ ਕਰਨਾ ਵੀ ਸਿਖਾ, ਵਚਨ ਦੇ ਅਨੁਸਾਰ ਚੱਲਣਾ ਸਿਖਾ, ਵਚਨ ਨੂੰ ਕੰਪਲੀਟ ਕਰਨਾ ਸਿਖਾ। ਅੱਜ ਅਸੀਂ ਅਨਕੰਪਲੀਟ ਸੀਗੇ, ਪਰ ਅੱਜ ਦਾ ਵਚਨ ਜਿਹੜਾ ਪਾਕ ਰੂਹ ਦੇ ਦੁਆਰਾ ਤੁਹਾਡੇ ਮੇਰੇ ਤੱਕ ਪਹੁੰਚਿਆ, ਅੱਜ ਅਸੀਂ ਕੰਪਲੀਟ ਹੋਏ ਹਾਂ ਇਸ ਵਚਨ ਨੂੰ ਸੁਣ ਕੇ। ਕਿ ਜਦ ਤੱਕ ਅਸੀਂ ਇਕੱਲਾ ਵਿਸ਼ਵਾਸ ਕਰਦੇ ਅਸੀਂ ਅਨਕੰਪਲੀਟ ਹਾਂ। ਜਦੋਂ ਅਸੀਂ ਵਿਸ਼ਵਾਸ ਦੇ ਨਾਲ ਅਮਲ ਵੀ ਕਰਦੇ ਤਾਂ ਅਸੀਂ ਕੰਪਲੀਟ ਹੁੰਦੇ ਹਾਂ ਕ੍ਰਿਸਚੈਨਿਟੀ ਦੇ ਵਿੱਚ, ਸਪਿਰਿਚੁਅਲਿਟੀ ਦੇ ਵਿੱਚ ਔਰ ਖੁਦਾਬੰਦ ਦੇ ਵਿੱਚ। ਬੋਲੋ ਆਮੀਨ। ਹਾਲੇਲੂਇਆ। ਆਈਏ ਆਪਣੀ ਅੱਖਾਂ ਨੂੰ ਬੰਦ ਕਰੀਏ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਾਂ। ਸੱਚਾ ਜ਼ਿੰਦਾ ਮਿਹਰਬਾਨ ਖੁਦਾਬੰਦ ਪਿਤਾ ਪਰਮੇਸ਼ਵਰ, ਪ੍ਰਭੂ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ, ਇਸ ਆਦਰਯੋਗ ਸਮੇਂ ਦੇ ਲਈ ਜੋ ਸਾਡੀ ਜ਼ਿੰਦਗੀ 'ਚ ਬਖਸ਼ਿਆ। ਧੰਨਵਾਦ ਕਰਦੇ ਹਾਂ ਪ੍ਰਭੂ। ਸੁਣਨ ਵਾਲੀਆਂ ਜ਼ਿੰਦਗੀਆਂ ਨੇ ਹਾਲ ਹੋਣ ਮੇਰੇ ਪ੍ਰਭੂ। ਅੱਜ ਦਾ ਵਚਨ ਸਾਡੀ ਜ਼ਿੰਦਗੀ 'ਚ 100 ਦਾ 100 ਗੁਣਾ ਫਲਦਾਇਕ ਹੋਵੇ ਮੇਰੇ ਪ੍ਰਭੂ। ਪ੍ਰਾਰਥਨਾ ਕਰਨ ਦਾ, ਉਹਦੇ ਵਿੱਚ ਵਧਣ ਦਾ, ਨਜ਼ਦੀਕੀ 'ਚ ਜਾਣ ਦਾ, ਕਰੀਬ ਜਾਣ ਦਾ ਵੱਡਾ ਬਲ ਬਖਸ਼ ਦੇਣਾ ਮੇਰੇ ਪ੍ਰਭੂ ਜੀ। ਪਵਿੱਤਰ ਆਤਮਾ ਜੀ ਤੁਹਾਡਾ ਧੰਨਵਾਦ ਕਰਦੇ ਕਿ ਵਚਨ ਦਾ ਤਰਜਮਾ ਕਰਨ 'ਚ ਆਪਣੇ ਬੰਦੇ ਦੀ ਮਦਦ ਕੀਤੀ ਔਰ ਆਪਣੇ ਲੋਕਾਂ ਦੀ ਸੁਣਨ ਸਮਝਣ 'ਚ ਮਦਦ ਕੀਤੀ ਹੈ ਮੇਰੇ ਪ੍ਰਭੂ। ਬਹੁਤਾਇਤ ਦੀ ਬਰਕਤ ਦੇਣਾ। ਅੱਜ ਤੋਂ ਬਾਅਦ ਸਾਡੀ ਨਿਸ਼ਚਾ ਕੱਲੀ ਨਹੀਂ, ਉਹਦੇ ਨਾਲ ਅਮਲ ਜਿਹੜਾ ਅਟੈਚ ਹੋ ਗਿਆ ਹੈ ਮੇਰੇ ਪ੍ਰਭੂ, ਔਰ ਇਹ ਕਾਰਗਰ ਸਾਬਿਤ ਹੋਏਗਾ, ਸਾਨੂੰ ਤਰੱਕੀ ਦੇ ਰਾਹ ਵੱਲ ਲੈ ਕੇ ਜਾਏਗਾ ਮੇਰੇ ਪ੍ਰਭੂ। ਸਾਡਾ ਵਿਸ਼ਵਾਸ ਆ ਤੁਹਾਡੇ ਉੱਪਰ, ਕਿਉਂਕਿ ਬਾਈਬਲ ਤੇ ਇਹੀ ਕਹਿੰਦਾ ਜੋ ਪਰਮੇਸ਼ਵਰ ਤੇ ਵਿਸ਼ਵਾਸ ਕਰਦਾ ਉਹ ਕਦੀ ਸ਼ਰਮਿੰਦਾ ਨਹੀਂ ਹੁੰਦਾ, ਉਹਦਾ ਮੂੰਹ ਕਦੀ ਕਾਲਾ ਨਹੀਂ ਹੁੰਦਾ ਮੇਰੇ ਪ੍ਰਭੂ। ਬਾਈਬਲ ਇਹੀ ਕਹਿੰਦਾ ਕਿ ਤੁਸੀਂ ਸਾਨੂੰ ਸਿਰ ਬਣਾਇਆ, ਪੂਛ ਨਹੀਂ। ਧੰਨਵਾਦ ਕਰਦੇ ਹਾਂ ਪ੍ਰਭੂ ਆਦਰ ਦੇਣ ਦੇ ਲਈ, ਧੰਨਵਾਦ ਹੈ ਉੱਚਾ ਕਰਨ ਦੇ ਲਈ, ਧੰਨਵਾਦ ਹੈ ਸੰਭਾਲ ਕੇ ਰੱਖਣ ਦੇ ਲਈ, ਔਰ ਸੁਣਨ ਵਾਲੀਆਂ ਜ਼ਿੰਦਗੀਆਂ ਨੇ ਹਾਲ ਹੋਣ ਮੇਰੇ ਪ੍ਰਭੂ। ਕਮੀਆਂ, ਕਮਜ਼ੋਰੀਆਂ, ਮਾਂਦਗੀਆਂ, ਬਿਮਾਰੀਆਂ, ਪਰੇਸ਼ਾਨੀਆਂ, ਦਰਦਾਂ ਦੂਰ ਹੋਣ ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ। ਧੰਨਵਾਦ ਕਰਦੇ ਹਾਂ ਹੀਲ ਕਰਨ ਦੇ ਲਈ, ਤੰਦਰੁਸਤ ਕਰਨ ਦੇ ਲਈ ਮੇਰੇ ਪ੍ਰਭੂ। ਸ਼ੁਕਰਗੁਜ਼ਾਰੀ ਕਰਦੇ ਹਾਂ ਸਾਰੀ ਗੱਲਾਂ ਬਾਤਾਂ ਦੇ ਲਈ, ਤੁਹਾਡੇ ਨਾਮ ਨੂੰ ਆਦਰ ਦਿੰਦੇ ਹੋ ਪ੍ਰਾਰਥਨਾ ਨੂੰ ਯਿਸੂ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਹੁਤ ਆਇਤ ਦੇ ਨਾਲ ਆਸ਼ੀਸ਼ ਔਰ ਬਰਕਤ ਦੇਵੇ, ਔਰ ਬਾਈਬਲ ਨੂੰ ਪੜ੍ਹਦੇ ਜਾਓ, ਪ੍ਰਾਰਥਨਾ ਕਰਦੇ ਜਾਓ, ਔਰ ਪਰਮੇਸ਼ਵਰ ਦੇ ਨਾਲ ਆਪਣੀਆਂ ਨਜ਼ਦੀਕੀਆਂ ਨੂੰ ਵਧਾਉਂਦੇ ਜਾਓ। ਪਰਮੇਸ਼ਵਰ ਤੁਹਾਨੂੰ ਬਹੁਤ ਆਇਤ ਦੇ ਨਾਲ ਬਰਕਤ ਦੇਗਾ ਔਰ ਤੁਹਾਨੂੰ ਸੰਭਾਲੇਗਾ, ਤੁਹਾਨੂੰ ਪ੍ਰੋਟੈਕਟ ਕਰੇਗਾ। ਤੁਹਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਜੋ ਟਾਈਮ ਹੈ ਉਹਨੂੰ ਬਲੈਸ ਕਰੇਗਾ ਪਰਮੇਸ਼ਵਰ, ਅਗਰ ਤੁਸੀਂ ਪਰਮੇਸ਼ਵਰ ਦੇ ਨਾਲ ਬਣੇ ਰਹਿੰਦੇ ਆ ਔਰ ਤੁਹਾਡੀ ਨਿਸ਼ਚਾ ਦੇ ਨਾਲ ਤੁਹਾਡਾ ਅਮਲ ਜਿਹੜਾ ਹੈ ਉਹ ਬਣਿਆ ਰਹਿੰਦਾ ਹੈ, ਔਰ ਖੁਦਾ ਤੁਹਾਨੂੰ ਬਹੁਤ ਆਇਤ ਦੇ ਨਾਲ ਬਰਕਤ ਦੇਵੇ। ਮੈਂ ਪਾਸਟਰ ਆਸਟਨ ਸੈਮੂਅਲ ਖੁਦਾਵੰਦ ਯਿਸੂ ਮਸੀਹ ਦੇ ਜ਼ਿੰਦਾ ਨਾਮ 'ਚ ਤੁਹਾਨੂੰ ਸਭਨਾਂ ਨੂੰ ਸ਼ਾਂਤੀ ਭੇਜਦਾ ਹਾਂ, ਆਮੀਨ। ਮੇ ਗॉड ਬਲੈਸ। ਖੁਦਾਵੰਦ ਤੁਹਾਨੂੰ ਬਰਕਤ ਦੇਵੇ, ਆਮੀਨ।